वाहिगुरू जी का खालसा वाहिगुरू जी की फतेह। ये रेडियो ਸਿੰਘਨਾਦ है ਤੇ ਅੱਜ 14 ਸੰਮਤ 552 ਨਾਨਕ ਸਾਹਿਬ ਦੇ ਮੁਤਾਬਕ ਦਿਨ ਹੈ ਜੀ ਐਤਵਾਰ 28 ਜੂਨ 2020 ਤੇ ਅੰਮ੍ਰਿਤ ਵੇਲੇ ਦੀ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ ਜਸਵੀਰ ਸਿੰਘ। ਸਾਰੇ ਹੀ ਸੁਣਨ ਵਾਲਿਆਂ ਨੇ ਜਿਉਂ ਆਖਦਾ ਹੋਇਆ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਮੇਰੇ ਪਾਤਸ਼ਾਹ ਰਹਿਮਤਾਂ ਕਰਨ, ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਦੇ, ਰੁਕਤਾ ਖੁਸ਼ੀਆਂ ਕੜੇ ਲੰਮੀਆਂ ਉਮਰਾਂ ਆਦੀਆਂ ਵਿਆਦੀਆਂ ਤੋਂ ਉਪਾਧੀਆਂ ਤੋਂ ਬਚਾ ਕੇ ਰੱਖਣ ਤੇ ਆਪਸੀ ਪਿਆਰ ਮੁਹੱਬਤ ਬਖਸ਼ਿਸ਼ ਕਰਕੇ ਮੇਰੇ ਮਾਲਕ ਨਿਹਾਲ ਕਰਨ। रेडियो ਸਿੰਘਨਾਦ ਦੀ आवाज़ थोड़ी अपनी आवाज़ है तो इस आवाज़ ਦਾ मिशन है पै कहूँ को देतने न पैमान त्यान ਤੇ ਸਾਰੇ ਹੀ ਪ੍ਰੋਗਰਾਮ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ ਤੇ ਇਸ ਸਾਰੇ ਹਫ਼ਤੇ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਘਰ ਤੱਕ ਪਹੁੰਚਾਉਣ ਲਈ ਜੋ ਸਹਿਯੋਗ ਦਿੱਤਾ ਸਰਦਾਰ ਗੁਰਦਿਆਲ ਸਿੰਘ ਜੀ ਬਡਾਲਾ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਰਿਵਾਰਾਂ ਨੂੰ ਮੇਰਾ ਭਰੇ ਸਿਰ ਤੇ ਹੱਥ ਰੱਖਣ। ਤੇ ਆਓ ਪ੍ਰੋਗਰਾਮ ਦੀ ਕਰੀਏ ਸ਼ੁਰੂਆਤ ਉਸ ਮਾਲਕ ਦੀ ਰਹਿਮਤ ਦੇ ਨਾਲ। ਬੇਸ ਅੱਜ ਅਸੀਂ ਗੱਲ ਕਰਨੀ ਹੈ ਭਾਈ ਬਾਲੇ ਜੀ। ਮੈਜੋਰਟੀ ਸੰਗਤ ਨੂੰ ਤੁਸੀਂ ਸਿੱਖ ਕੌਮ ਦੇ ਕਿਸੇ ਵੀ ਵਿਅਕਤੀ ਨੂੰ ਗੱਲ ਕਰਕੇ ਦੇਖ ਲਓ, ਭਾਈ ਮਰਦਾਨਾ ਦੇ ਬਾਲਾ ਕਵੀਆਂ ਨੇ ਲਿਖਣਾ ਸ਼ੁਰੂ ਕਰਤਾ, ਸੰਗੀਤਕਾਰਾਂ ਨੇ ਆਪਣੇ ਗੀਤ ਜਿਹੜੇ ਇਸੇ ਬਹਾਨੇ ਨੂੰ ਬਣਾਤੇ ਤੇ ਇੱਕ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਲਾਤੀਆਂ ਵੀ ਇੱਕ ਪਾਸੇ ਭਾਈ ਮਰਦਾਨਾ ਜੀ ਰਬਾਬ ਲੈ ਕੇ ਬੈਠੇ ਆ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਚੋਰ ਕਰਦੇ ਤੇ ਮੋਰ ਦੇ ਖੰਭਾਂ ਦਾ ਜਿਹੜਾ ਚੋਰ ਆ ਉਹ। ਤੇ ਅਸੀਂ ਹੁਣ ਜਿਹੜੀ ਅੱਜ ਹੈ ਵਿਚਾਰ ਕਰਨੀ ਹੈ ਵੀ ਭਾਈ ਬਾਲਾ ਸੀ ਕੌਣ। ਚਲੋ ਲਿਆ ਕੇ ਪਾਤਰ ਤਾਂ ਬਣਾਤਾ, ਫੋਟੋਆਂ 'ਚ ਸਾਖੀਆਂ ਵੀ ਬਣਾਤੀਆਂ, ਹੁਣ ਇਹ ਜਿੰਨੀਆਂ ਜਿਹੜੀਆਂ ਜਨਮ ਸਾਖੀਆਂ ਇਹਨਾਂ ਦਾ ਮੁੱਢ ਜਿਹੜਾ ਆ ਜਿੱਥੋਂ ਭਾਈ ਬਾਲੇ ਦੀ ਗੱਲ ਸ਼ੁਰੂ ਹੁੰਦੀ ਹੈ ਉਹ ਹੈ ਸਾਖੀ। ਸਭ ਤੋਂ ਪਹਿਲਾਂ ਜਿਹੜੀ ਜਨਮ ਸਾਖੀ ਆ ਉਹਨੂੰ ਕਹਿੰਦੇ ਜੀ ਹਿੰਦਾਲੀਆਂ ਦੀ ਜਨਮ ਸਾਖੀ। ਤੇ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਆਉਂਦਾ ਭਾਈ ਬਾਲੇ ਦਾ ਇਹ ਹਿੰਦਾਲੀਆਂ ਦੀ ਜਨਮ ਸਾਖੀ 'ਚ ਆਉਂਦਾ। ਹੁਣ ਸਵਾਲ ਪੈਦਾ ਹੁੰਦਾ ਵੀ ਹਿੰਦਾਲੀਏ ਹੈ ਕੌਣ? ਇਹ ਕਿਤੇ ਆਕਾਸ਼ ਵਿੱਚ ਨਹੀਂ ਬੈਠੇ ਉਹ, ਤੇ ਮੈਂ ਤਾਂ ਗੱਲ ਕਰਦਾ ਵੀ ਅਸੀਂ ਇੱਥੇ ਅੱਡੀਆਂ ਚੁੱਕ ਕੇ ਪ੍ਰਚਾਰ ਰਹੇ, ਜ਼ੋਰ ਲਾ ਰਹੇ ਹਾਂ ਵੀ ਪਤਾ ਲੱਗੇ ਕੀ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਅੰਮ੍ਰਿਤਸਰ ਤੋਂ ਕਿੱਡੀ ਕੁ ਦੂਰ ਹੈ ਜੰਡਿਆਲਾ ਜੀ? ਤੇ ਇਹਨਾਂ ਦੇ ਨਾਂ ਜਿਹੜੇ ਇਤਿਹਾਸ 'ਚ ਆਏ ਆ ਬਈ ਨਿਰੰਜਣੀਏ, ਜੰਡਿਆਲੀਏ ਤੇ ਹਿੰਦਾਲੀਏ। ਹੁਣ ਸਵਾਲ ਅੱਗੇ ਪੈਦਾ ਹੁੰਦਾ ਵੀ ਇਹ ਜਿਹੜੀ ਹਿੰਦਾਲੀਏ ਆ ਇਹਨਾਂ ਨੇ ਜਨਮ ਸਾਖੀ ਲਿਖੀ, ਕਿਉਂ ਲਿਖੀ? ਤੇ ਹੁਣ ਅਸੀਂ ਇਹਦੇ ਬਾਰੇ ਅੱਜ ਦੇ ਪ੍ਰੋਗਰਾਮ 'ਚ ਜ਼ਰੂਰ ਡਿਟੇਲ ਜਿਹੜੀ ਹੈਗੀ ਅਸੀਂ ਕਰਨੀ ਆ ਸਾਂਝੀ। ਤੇ ਪੰਜਾਬ ਦੇ ਨਾਲ ਇੱਕ ਸਟੇਟ ਲੱਗਦੀ ਹੈ ਇਸ ਵੇਲੇ ਹਰਿਆਣਾ, ਤੇ ਹਰਿਆਣਾ ਦਾ ਜ਼ਿਲ੍ਹਾ ਹੈਗਾ ਭਵਾਨੀ।
ਤੇ ਭਵਾਨੀ ਦੇ ਇੱਕ ਬਹੁਤ ਵੱਡਾ ਪਿੰਡ ਹੈ ਜਿਹਨੂੰ ਅਸੀਂ ਮੇਰਾ ਖਿਆਲ ਹੈ ਧਨਾਣਾ ਆ ਪਿੰਡ ਦਾ ਨਾਂ, ਤੇ ਜਿਸ ਨੂੰ ਰਾਜਾ ਜੈ ਧਾਮ ਨੇ ਵਸਾਇਆ ਸੀ। ਤੇ ਉਹਨੇ ਦਿੱਲੀ ਸਲਤਨਤ ਦੇ ਮੁਕਾਬਲੇ ਤੇ ਇਸ ਪਿੰਡ ਵਿੱਚ ਇੱਕ ਕਿਲਾ ਬਣਵਾਇਆ ਜੀ। ਤੇ ਜਿਹੜਾ ਕਿਲਾ ਬਣਾਇਆ ਤੇ ਇਹਨੂੰ ਬੰਗਲਾ ਧਨਾਣਾ ਦਾ ਨਾਮ ਜਿਹੜਾ ਦਿੱਤਾ, ਜੋ ਕਿ ਅੱਜ ਵੀ ਇਸੇ ਪਿੰਡ ਵਿੱਚ ਕਾਫੀ ਜਿਹੜੀ ਚੰਗੀ ਹਾਲਤ ਵਿੱਚ ਮੌਜੂਦ ਹੈ। ਤੇ ਰਾਜਾ ਜੈ ਧਾਮ ਦੇ ਹੋਏ 2 ਪੁੱਤਰ, ਇੱਕ ਮੰਪਾਲ ਤੇ ਇੱਕ ਘਨਰਾਸ। ਤੇ ਘਨਰਾਸ ਦੀ ਜਿਹੜੀ ਔਲਾਦ ਆ ਉਹ ਨਾਰਥ ਇੰਡੀਆ ਭਾਵ ਉੱਤਰੀ ਭਾਰਤ ਵਿੱਚ ਹੌਲੀ ਹੌਲੀ ਵਸਣੀ ਸ਼ੁਰੂ ਹੋ ਗਈ। ਤੇ ਉਹਨਾਂ ਦਾ ਜਿਹੜਾ ਪੁੱਤਰ ਧਨਪਾਲ ਉਹ ਮਾਲਵੇ ਵਿੱਚ ਵਸ ਗਿਆ, ਤੇ ਦੂਸਰਾ ਪੁੱਤਰ ਜਿਹੜਾ ਜਸਪਾਲ ਉਹ ਦੁਆਬੇ ਤੇ ਮਾਝੇ ਵੱਲ ਚਲੇ ਗਏ। ਤੇ ਜਸਪਾਲ ਦੇ ਪੁੱਤਰ ਜੰਡ ਨੇ ਅੱਗੇ ਚੱਲ ਕੇ ਮਾਝੇ ਦੇ ਵਿੱਚ ਇੱਕ ਨਗਰ ਵਸਾਇਆ। ਤੇ ਜਿਹੜਾ ਇਤਿਹਾਸ ਦੇ ਵਿੱਚ ਦਰਜ ਹੈ ਵੀ ਆਲਾ ਬੰਦਾ, ਕਿਉਂਕਿ ਪੁੱਤਰ ਦਾ ਨਾਮ ਸੀ ਜੰਡ। ਸੋ ਇਸ ਤਰ੍ਹਾਂ ਉਹ ਜਿਹੜੀ ਨਗਰ ਵਸਾਇਆ ਉਹਦਾ ਨਾਮ ਬਣ ਗਿਆ ਜੰਡਿਆਲਾ। ਜਿਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ, ਹੁਣ ਉਹਦਾ ਪੂਰਾ ਨਾਂ ਸੀ ਰਾਏ ਬੁਲਾਰ। ਭੋਏ ਹੁੰਦੀ ਜ਼ਮੀਨ, ਪਿੰਡ ਦਾ ਨਾਂ ਸੀ ਤਲਵੰਡੀ। ਰਾਏ ਭਾਵ ਰਾਏ ਬੁਲਾਰ ਦੀ ਜ਼ਮੀਨ ਵਿੱਚ ਜਿਹੜਾ ਪਿੰਡ ਵਸਿਆ ਤਲਵੰਡੀ, ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤੇ ਫਿਰ ਜਿੱਦਾਂ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਉਹਦਾ ਨਾਂ ਬਣ ਗਿਆ ਨਨਕਾਣਾ। ਇਸੇ ਤਰ੍ਹਾਂ ਇਹ ਜਿਹੜਾ ਜੰਡਿਆਲਾ, ਤੇ ਇਹ ਜੰਡਿਆਲਾ ਜਿਹੜਾ ਨਗਰ ਹੈ, ਤੇ ਇਹ ਆਪਾਂ ਨੂੰ ਪਤਾ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇਵਾਂ ਵੀ ਅੰਮ੍ਰਿਤਸਰ ਤੋਂ ਜੇ ਜਲੰਧਰ ਵਾਲੇ ਪਾਸੇ ਨੂੰ ਜਾਈਏ ਤੇ ਚੜ੍ਹਦੇ ਵਾਲੇ ਪਾਸੇ ਤਕਰੀਬਨ 15 ਕਿਲੋਮੀਟਰ ਤੇ ਆਉਂਦਾ। ਤੇ GT ਰੋਡ ਤੇ ਇਹਦਾ ਜਿਹੜਾ ਹੈ GT ਰੋਡ ਤੋਂ ਇੱਕ ਸੜਕ ਜਾਂਦੀ ਕ੍ਰੋਸ ਕਰਦੀ ਹੈ ਜੰਡਿਆਲੇ ਤੋਂ ਗੋਇੰਦਵਾਲ ਸਾਹਿਬ ਨੂੰ, ਉਹਦੇ ਉੱਪਰ ਇਹ ਸਥਿਤ ਹੈ। ਤੇ ਇਸ ਜੰਡ ਦੇ ਜਿਹੜਾ ਪ੍ਰਾਪਤ ਹੋਇਆ ਕੁਰਸੀਨਾਮਾ, ਉਹਦੇ ਵਿੱਚ ਸਾਰੇ ਇਹ ਜਿਹੜੀ ਡਿਟੇਲ ਹੈਗੀ ਆ ਇਹ ਲਿਖੀ ਆ। ਇਹ ਸਾਰੇ ਜਿਹੜੇ ਸਰਕਾਰੀ ਪੇਪਰ ਹੈਗੇ ਆ ਜਾਂ ਹੋਰ ਇਹ ਤਕਰੀਬਨ ਸਾਲ ਮੇਰਾ ਖਿਆਲ 2000 ਦੇ ਵਿੱਚ ਲਿਖੇ ਗਏ। ਤੇ ਜਿਸ ਤਰ੍ਹਾਂ ਮੈਂ ਮਨਜੋ ਵੀ ਥੋੜੇ ਧਿਆਨ ਚ ਲਿਆ ਦੇਵਾਂ ਵੀ ਜਿਹੜਾ ਬਾਬਾ ਹੰਦਾਲ, ਜਿਹੜਾ ਹਿੰਦਾਲ ਵਾਲਿਆਂ ਦੀ ਸਾਖੀ, ਜਿਹੜੀ ਜਨਮ ਸਾਖੀ, ਤੇ ਉਹ ਚ ਲਿਖਿਆ ਪਿਤਾ ਦਾ ਨਾਮ
राजा जयधाम, अगे ममपाल ते कनगश, धनपाल ते जंड ते नंदपाल। ये ते जिहड़ा राजा जयधाम ਉਹਦੇ दो पुत्र ਜਿਹੜੇ ਹੋਏ ਆ ਮਮਪਾਲ ਤੇ ਕਨਗਸ਼। ਤੇ ਅੱਗੇ ਮਮਪਾਲ ਤੇ ਕਨਗਸ਼, ਇਹਨੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹਨਾਂ ਜਿਹੜਾ ਉਹ ਧਨਪਾਲ ਤੇ ਜਸਪਾਲ। ਧਨਪਾਲ ਦਾ ਪੁੱਤਰ ਹੋਇਆ ਅੱਗੇ ਜੰਡ, ਤੇ ਜੰਡ ਦਾ ਪੁੱਤਰ ਹੋਇਆ ਅੱਗੇ ਨੰਦਪਾਲ, ਤੇ ਨੰਦਪਾਲ ਦਾ ਪੁੱਤਰ ਹੋਇਆ ਖੀਵਾ। ਤੇ ਅੱਗੇ ਗਾਜੀ, ਉਹਦਾ ਬਾਬਾ ਹੰਦਾਲ ਤੇ ਸਰਵਾਨੀ। ਤੇ ਬਾਬਾ ਹੰਦਾਲ ਦੇ ਅੱਗੇ ਜਿਹੜੇ ਪੁੱਤਰ ਹੋਏ ਆ ਵਿਧੀ ਚੰਦ, ਬਾਲ ਚੰਦ, ਅਦਲੀ ਤੇ ਸਫੇਰ। ਤੇ ਵਿਧੀ ਚੰਦ ਦੇ ਅੱਗੇ ਹੋਏ ਆ ਦੇਵੀਦਾਸ, ਦੇਵੀਦਾਸ ਦਾ ਹੋਇਆ ਆਕਲਦਾਸ, ਆਕਲਦਾਸ ਦਾ ਹੋਇਆ ਦਰਸ਼ਨਦਾਸ ਤੇ ਦਿਆਲਦਾਸ। ਦਰਸ਼ਨਦਾਸ ਦੇ ਅੱਗੇ ਪੁੱਤ ਹੋਇਆ ਗੋਬਿੰਦਦਾਸ, ਤੇ ਗੋਬਿੰਦਦਾਸ ਦਾ ਜਿਹੜਾ ਲਿੰਕ ਹੈ ਉਹ ਮਿਹਰਬਾਨ ਦਾਸ ਤੇ ਬਿਸੰਬਰ ਦਾਸ, ਤੇ ਮਿਹਰਬਾਨ ਦਾਸ ਦਾ ਅੱਗੇ ਅਮੋਲਕ ਦਾਸ। ਤੇ ਇਹ ਮੈਂ ਥੋੜੀ ਜਿਹੀ ਜਾਣਕਾਰੀ ਇਸ ਕਰਕੇ ਦਿੱਤੀ ਹੈ। ਤੇ ਨਾਲ ਦੱਸਿਆ ਵੀ ਇਹ ਰਾਜਾ ਜੈਧਾਮ ਕੌਣ ਸੀ? ਇਹ ਰਘੂਵੰਸ਼ੀ ਖਾਨਦਾਨ ਵਿੱਚ ਪੈਦਾ ਹੋਇਆ, ਤੇ ਜੰਡਿਆਲਾ ਗੁਰੂ ਦੇ ਆਲੇ ਦੁਆਲੇ 84 ਪਿੰਡਾਂ ਦੀ ਮਾਲਕੀ ਸੀ ਇਹਨਾਂ ਦੀ। ਤੇ ਚਲੋ ਜਿਹੜੀਆਂ ਸਾਖੀਆਂ ਹੈਗੀਆਂ ਉਹ ਤਾਂ ਨਾਲ ਜੁੜਦੀਆਂ ਰਹਿੰਦੀਆਂ। ਤੇ ਮੈਂ ਦੱਸਿਆ ਵੀ ਇਹ ਜੰਡਿਆਲਾ ਪਿੰਡ ਕਿ ਜਿਹੜਾ ਆਪਣੇ ਉਹ ਨਗਰ ਹੈ ਉਹ ਕਿੱਦਾਂ ਬਣਿਆ, ਤੇ ਜਿਹੜਾ ਉਹਨਾਂ ਦਾ ਕੁਰਸੀ ਨਾਮ ਹੈ ਉਹਦੇ ਮੁਤਾਬਕ ਵੀ ਨੰਦਪਾਲ ਦਾ ਜਿਹੜਾ ਜੰਡ ਦੇ ਘਰ ਨੰਦਪਾਲ ਦਾ ਜਨਮ ਹੋਇਆ। ਤੇ ਨੰਦਪਾਲ ਦੇ ਘਰ ਅੱਗੇ ਖੀਵਾ, ਤੇ ਖੀਵੇ ਦੇ ਘਰ ਨਾਰੂ, ਤੇ ਖੋਖਰ, ਤੇ ਖੋਖਰ ਦੇ ਘਰ ਸਾਹਨ, ਤੇ ਸਾਹਨ ਦੇ ਘਰ ਜਤ, ਜਤ ਦੇ ਘਰ ਦਾਤਾ, ਦਾਤੇ ਦੇ ਘਰ ਗਾਜੀ, ਕੱਲੋ, ਮੱਲੋ। ਇਹਨਾਂ ਪੁੱਤਰਾਂ ਨੇ ਜਨਮ ਲਿਆ। ਤੇ ਗਾਜੀ ਦੇ ਘਰ ਅੱਗੇ 2 ਪੁੱਤਰ ਹੋਏ, ਹਿੰਦਾਲ ਤੇ ਸਰਵਾਣੀ। ਤੇ ਸਿੱਖ ਇਤਿਹਾਸ ਦੇ ਮੁਤਾਬਕ ਭਾਈ ਹਿੰਦਾਲ ਦਾ ਜਿਹੜਾ ਜਨਮ ਆ ਉਹ ਤਕਰੀਬਨ 1573 ਵਿੱਚ ਹੋਇਆ ਜੀ। ਤੇ 1573 ਵਿਕਰਮੀ ਸੰਮਤ ਅਤੇ ਮੌਤ ਉਹਦੀ ਹੋਈ ਹੈਗੀ ਹੈ 1648 ਵਿਕਰਮੀ ਸੰਮਤ ਨੂੰ। ਤੇ ਭਾਈ ਹਿੰਦਾਲ ਦਾ ਜਿਹੜਾ ਜੀਵਨ ਕਾਲ ਆ ਉਹ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਤੀਜੇ ਗੁਰੂ ਹੋਏ ਨੇ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਮਕਾਲੀ, ਭਾਵ ਉਸ ਵੇਲੇ ਇਹ ਭਾਈ ਹਿੰਦਾਲ ਸੀ। ਤੇ ਹਿੰਦਾਲ ਦਾ ਜਿਹੜਾ ਵਿਆਹ ਆ ਉਹ ਅੱਗੇ ਕਰਤਾਰਪੁਰ ਨਿਵਾਸੀ ਹਮਜ਼ਾ ਚਾਲ ਜੱਟ ਦੀ ਜਿਹੜੀ ਪੁੱਤਰੀ ਹੈ ਬੀਬੀ ਉਤਮੀ ਉਹਦੇ ਨਾਲ ਹੋਇਆ, ਤੇ ਜਿਹਦੀ ਕੁੱਖੋਂ 2 ਪੁੱਤਰ, ਵੱਡਾ ਵਿਧੀ ਚੰਦ ਤੇ ਛੋਟਾ ਬਾਲ ਚੰਦ। ਇਹ ਵਿਧੀ ਚੰਦ ਉਹ ਛੀਨੇ ਵਾਲਾ ਨੇ ਜੀ, ਬਾਬਾ ਵਿਧੀ ਚੰਦ ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ, ਉਹਦੀ ਨਹੀਂ ਗੱਲ ਹੋ ਰਹੀ। ਤੇ ਭਾਈ ਹਿੰਦਾਲ ਨੇ ਉਸ ਤੋਂ ਬਾਅਦ ਜੰਡਿਆਲਾ ਛੱਡ ਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਨਗਰ ਵਸਾਇਆ ਸੀ ਇੱਕ ਗੋਇੰਦਵਾਲ ਸਾਹਿਬ। ਤੇ ਗੋਇੰਦਵਾਲ ਵਿਖੇ ਜਾ ਕੇ ਤੇ ਉੱਥੇ ਚੱਲਦਾ ਸੀ ਲੰਗਰ। ਇਹ ਵੀ ਆਪਾਂ ਨੂੰ ਪਤਾ ਵੀ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕਰਤੀ। ਤੇ ਬੜੀ ਮਹੱਤਤਾ ਹੋ ਗਈ ਜੀ। ਕਹਿੰਦੀ ਜੀ ਮਤਲਬ ਸਿੱਖ ਇਤਿਹਾਸ ਵਿੱਚ ਉਹਨਾਂ ਨੂੰ ਅਣਥੱਕ ਵਲੰਟੀਅਰ ਦੱਸਿਆ ਵੇ, ਇਹਨਾਂ ਦੇ ਵੱਡਾ ਸੇਵਾਦਾਰ। ਤੇ ਭਾਈ ਹਿੰਦਾਲ ਜੀ ਨੇ ਕਹਿੰਦੇ ਬੜੇ ਨਿਸ਼ਕਾਮ ਸੇਵਾ ਤੇ ਗੁਰੂ ਦੀ ਬਾਣੀ ਅਨੁਸਾਰ ਆਪਣੇ ਢਾਲੇ ਹੋਏ ਜੀਵਨ ਕਰਕੇ ਬਹੁਤ ਜਲਦੀ
ਗੁਰੂ ਘਰ ਵਿੱਚ ਅਹਿਮ ਸਥਾਨ ਪ੍ਰਾਪਤ ਕਰ ਲਿਆ ਤੇ ਗੁਰਮਤਿ ਵਿੱਚ ਹੋਈ ਪਰਪੱਕਤਾ ਤੇ ਕਾਰਨ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਉਹਨਾਂ ਨੇ ਕੀ ਕੀਤਾ ਵੀ ਖੁਸ਼ ਹੋ ਕੇ ਉਹਨਾਂ ਦੀ ਭਾਈ ਹਿੰਦਾਲ ਦੀ ਸੇਵਾ ਤੋਂ 7ਵੀਂ ਮੰਜੀ ਬਖਸ਼ੀ। ਇਹ ਵੀ ਤੁਹਾਨੂੰ ਪਤਾ ਗੁਰੂ ਸਾਹਿਬ ਜੀ ਨੇ 22 ਮੰਜੀਆਂ ਦੀ ਜਿਹੜੀ ਸਥਾਪਨਾ ਕੀਤੀ ਸੀ ਤੇ ਇੱਕ ਮੰਜੀ ਜਿਹੜੀ 7ਵੀਂ ਉਹ ਭਾਈ ਹਿੰਦਾਲ ਜੀ ਨੂੰ ਬਖਸ਼ੀ ਤੇ ਜਿਸ ਦੇ ਅਧੀਨ ਜੰਡਿਆਲਾ ਦੇ ਆਸ-ਪਾਸ ਦਾ ਇਲਾਕਾ ਆਉਂਦਾ ਸੀ ਤੇ ਗੁਰਬਾਣੀ ਦੇ ਪ੍ਰਚਾਰ ਦੀ ਸੇਵਾ ਆਪ ਜੀ ਨੂੰ ਬਖਸ਼ੀ ਤੇ ਜਿਸ ਦਾ ਸਬੂਤ ਗੋਇੰਦਵਾਲ ਸਾਹਿਬ ਵਿਖੇ ਤੇ ਗੁਰੂ ਅਮਰਦਾਸ ਜੀ ਦਾ ਜਿਹੜਾ ਚੁਬਾਰਾ ਆ ਉੱਥੇ ਅੰਦਰ ਇੱਕ ਪਿੱਤਲ ਦੀ ਤਸਵੀਰ ਲੱਗੀ ਹੋਆ ਤਾਂ ਉਹਦੇ ਵਿੱਚ ਜ਼ਿਕਰ ਹੈ ਇਸ ਥਾਪੇ ਗਏ ਜਿਹੜੇ ਇੰਚਾਰਜ ਮੰਜੀ ਦੇ ਇੰਚਾਰਜ ਉਹਨਾਂ ਦਾ ਤੇ ਇਹ ਸਾਰਾ ਕੁਝ ਉਸ ਤਸਵੀਰ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਗੁਰਸਾਖੀ ਜਿਸ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇੱਕ ਦਿਨ ਗੁਰੂ ਦੇ ਲੰਗਰ ਵਿੱਚ ਉਸ ਵੇਲੇ ਆਏ ਜਦ ਪੰਦਾ ਜਿਹੜਾ ਭਾਈ ਹਿੰਦਾਲ ਸੀ ਉਹ ਆਟਾ ਗੁੰਨਣ ਦੀ ਸੇਵਾ ਕਰ ਰਿਹਾ ਸੀ ਤੇ ਗੁਰੂ ਮਹਾਰਾਜ ਨੂੰ ਦੇਖ ਕੇ ਭਾਈ ਹਿੰਦਾਲ ਨੇ ਆਪਣੇ ਆਟੇ ਨਾਲ ਲਿਬੜੇ ਹੱਥ ਪਿੱਛੇ ਪਿੱਠ ਪਿੱਛੇ ਲੁਕਾ ਕੇ ਨਮਸਕਾਰ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਇਸ ਦਾ ਕਾਰਨ ਪੁੱਛਿਆ ਤੇ ਅੱਗੇ ਭਾਈ ਹਿੰਦਾਲ ਨੇ ਆਪਣੇ ਲਿਬੜੇ ਹੋਏ ਹੱਥਾਂ ਬਾਰੇ ਦੱਸਿਆ ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਕੋਈ ਨਾ ਅੱਗੇ ਤੋਂ ਤੇਰੇ ਇਸੇ ਤਰ੍ਹਾਂ ਨਾਲ ਕੀਤਾ ਨਮਸਕਾਰ ਵੀ ਕਬੂਲ ਹੋਇਆ ਕਰੇਗਾ। ਤੇ ਇਹ ਹੁਣ ਮੈਨੂੰ ਨਹੀਂ ਪਤਾ ਇਹ ਕੀ ਸੱਚ ਹੈ ਕਿਉਂਕਿ ਅਸੀਂ ਜਿਹੜੀ ਕੋਈ ਵੀ ਗੱਲ ਹੈ ਉਹਨੂੰ ਸਾਖੀਆਂ ਦੇ ਨਾਲ ਕਹਾਣੀ ਬਣਾ ਕੇ ਜੋੜਦੇ ਹਾਂ ਤੇ ਅੱਜ ਵੀ ਤੁਸੀਂ ਦੇਖ ਸਕਦੇ ਆ ਜਿਹੜੀਆਂ ਭਾਈ ਹਿੰਦਾਲ ਦੀਆਂ ਵਰਤਮਾਨ ਪੀੜ੍ਹੀਆਂ ਜਿਹੜੀਆਂ ਉੱਥੇ ਜੰਡਿਆਲੇ ਰਹਿੰਦੀਆਂ ਉਹ ਹੱਥ ਪਿੱਠ ਪਿੱਛੇ ਕਰਕੇ ਮੱਥਾ ਟੇਕਦੇ ਆ ਜੀ। ਹੁਣ ਦੇਖੋ ਇੱਥੇ ਇੱਕ ਫਿਰ ਸਵਾਲ ਪੈਦਾ ਹੁੰਦਾ ਇਹ ਉਦੋਂ ਜਦੋਂ ਭਾਈ ਹਿੰਦਾਲ ਸੀ ਉਦੋਂ ਤੱਕ ਤਾਂ ਚਲੋ ਬਾਲੇ ਦਾ ਜ਼ਿਕਰ ਤੱਕ ਨਹੀਂ ਸੀ ਕੋਈ ਕਿ ਸਾਖੀਆਂ 'ਚ ਹੈ ਹੀ ਨਾ ਸੀ ਪਰ ਜੇ ਉਹ ਤੋਂ ਬਾਅਦ ਉਹ ਵਾਕਿਆ ਸਿੱਖੀ ਦੇ ਦਾਇਰੇ 'ਚ ਸੀ ਤਾਂ ਫਤਿਹ ਕਿਹਨੂੰ ਵੀ ਜਾਣੀ ਸ਼ੁਰੂ ਕਰਤੀ। ਦੇਖੋ ਨਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆ ਤੇ ਜਦ ਉਹ ਫਤਿਹ ਪ੍ਰਵਾਨ ਹੋ ਗਈ ਤਾਂ ਤੁਸੀਂ ਫਤਿਹ ਕਿਉਂ ਨਹੀਂ ਜਾਂਦੇ। ਚਲੋ ਇਹ ਉਹਨਾਂ ਦੀ ਮਰਜ਼ੀ। ਤੇ ਭਾਈ ਹਿੰਦਾਲ ਨੂੰ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਬੜਾ ਅਹਿਮ ਸਥਾਨ ਪ੍ਰਾਪਤ ਹੋ ਗਿਆ ਕਿਉਂਕਿ ਦੇਖੋ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋਏ ਚਰਨ ਪਰਸਦੇ ਰਹੇ ਤੇ ਉਹਨਾਂ ਦੀ ਮੌਤ ਤੱਕ ਕੋਈ ਵੀ ਅਜਿਹਾ ਇਤਿਹਾਸਿਕ ਸਰੋਤ ਨਹੀਂ ਮਿਲਦਾ ਜਿਹਦੇ ਮੁਤਾਬਕ ਉਹਨਾਂ ਵੱਲੋਂ ਗੁਰੂ ਘਰ ਜਾਂ ਪੰਥ ਪ੍ਰਤੀ ਕੋਈ ਅਜਿਹਾ ਕੰਮ ਕੀਤਾ ਹੋਵੇ ਜੋ ਕਿ ਗੁਰਮਤਿ ਵਿਰੋਧੀ ਹੋਵੇ ਜਾਂ ਕੋਈ ਵੱਖਰਾ ਮਤ ਜਾਂ ਵੱਖਰਾ ਪੰਥ ਜਾਂ ਗੁਰੂ ਘਰ ਦਾ ਸ਼ਰੀਕ ਖੜਾ ਕੀਤਾ ਗਿਆ ਹੋਵੇ। ਕਹਿੰਦੇ ਨੇ ਵੀ ਭਾਈ ਹਿੰਦਾਲ ਜੀ ਨੇ ਆਖਰੀ ਸਮੇਂ ਤੱਕ ਸੰਗਤ ਵਿੱਚ ਗੁਰਮਤ ਕਿਉਂਕਿ ਮੰਜੀ ਦੇ ਇੰਚਾਰਜ ਸੀ ਤੇ ਗੁਰਬਾਣੀ ਦਾ ਹੀ ਪ੍ਰਚਾਰ ਕੀਤਾ ਜਿਸ ਕਰਕੇ ਜੰਡਿਆਲੇ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਜਿਹੜੀ ਹੈ ਉਹ ਗੁਰੂ ਘਰ ਨਾਲ ਜੁੜ ਗਈ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਗੁਰੂ ਕਾਲ ਦੇ ਸਮੇਂ
ਆਪ ਜੀ ਨੂੰ ਬਹੁਤ ਅਹਿਮ ਤੇ ਸਤਿਕਾਰਤ ਸਥਾਨ ਦਿੱਤਾ। ਭਾਵ ਜਦ ਵੀ ਮਿਲਣਾ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ। ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਆਪਾਂ ਨੂੰ ਪਤਾ ਵੀ ਗੁਰੂ ਘਰ ਦੇ ਜਿਹੜੇ ਦੁਸ਼ਮਣਾਂ ਦੀ ਗਿਣਤੀ ਆ ਉਹ ਕਾਫੀ ਵੱਧ ਗਈ ਸੀ, ਤੇ ਵਿਪਰ ਤੇ ਲਾਹੌਰ ਦਰਬਾਰ ਨੇ ਗੁਰੂ ਘਰ ਨੂੰ ਦਾਗਦਾਰ ਕਰਨ ਲਈ ਬਾਬਾ ਸ੍ਰੀ ਚੰਦ ਉਦਾਸੀ ਦੇ ਜਿਹੜੇ ਚੇਲੇ ਸੇ ਬਿਧੀ ਚੰਦ, ਜੋ ਕਿ ਸ੍ਰੀ ਚੰਦ ਵਾਂਗ ਆਪਣੇ ਪਿਤਾ ਹਿੰਦਾਲ ਜੀ ਨਾਲ ਉਹਦੀ ਸੁਰ ਨਾ ਸੀ ਮਿਲਦੀ, ਭਾਵ ਅਸਹਿਮਤ ਸੀ, ਤੇ ਬਾਗੀ ਹੋ ਗਿਆ। ਤੇ ਭਾਈ ਹਿੰਦਾਲ ਦੀ ਮੌਤ ਤੋਂ ਬਾਅਦ ਵੀ ਇਸ ਦੇ ਜਾਨਸ਼ੀਨਾਂ ਨੂੰ ਗੋਇੰਦਵਾਲ ਵਿਖੇ ਕਾਫੀ ਅਹਿਮ ਸਥਾਨ ਪ੍ਰਾਪਤ ਰਿਹਾ। ਅੱਜ ਵੀ ਜਿਹੜੇ ਬਾਬਾ ਸ੍ਰੀ ਚੰਦ ਨੂੰ ਮੰਨਦੇ ਆ ਉਹ ਉਦਾਂ ਸਿੱਖੀ ਕਹਾਂਦੇ ਆ ਆਪਣੇ ਆਪ ਨੂੰ। ਹੁਣ ਦੇਖੋ ਨਾ, ਜਦ ਗੁਰੂ ਗ੍ਰੰਥ ਸਾਹਿਬ ਜੀ ਵੇਦਰ ਪੁੱਤਰੀ ਕੌਲ ਨਾ ਪਾ ਲਿਓ, ਜਦ ਦੇਖੋ ਨਾ ਜਿਹੜੇ ਬੱਚੇ ਸੀਗੇ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੀ ਨਹੀਂ ਮੰਨੀ। ਤੇ ਮੈਂ ਤਾਂ ਛੇੜ ਪੰਜਾਬੀ ਦੀ ਗੱਲ ਕਰਦਾ ਵੀ ਜਿਹੜਾ ਆਪਣੇ ਪਿਓ ਦਾ ਸਕਾ ਨਹੀਂ ਹੋਇਆ ਤਾਂ ਸਾਡਾ ਕੀ ਲੱਗਾ, ਸਿੱਧੀ ਗੱਲ। ਹੋ ਸਕਦਾ ਮੇਰੇ ਲਫ਼ਜ਼ ਕੋੜੇ, ਖਿਮਾ ਦਾ ਚਾਚਕਾ। ਤੇ ਉਹ ਤੋਂ ਬਾਅਦ ਜੀ ਉਹਨਾਂ ਨੇ ਦੇਖਿਆ ਵੀ ਜਿਹੜਾ ਇਹ ਕੰਮ ਉਦਾਸੀ ਮਤ ਧਾਰਨ ਕਰ ਬੈਠਾ, ਇਹ ਕੌਣ? ਬਿਧੀ ਚੰਦ। ਤੇ ਕਈ ਉਹਨੂੰ ਬਿੰਦੀ ਚੰਦ ਵੀ ਕਹਿੰਦੇ, ਚਲੋ ਜੋ ਨਾਮ ਨਾ ਬਹੁਤਾ ਨਹੀਂ ਫਰਕ। ਤੇ ਉਹ ਸ਼ਾਇਦ ਹੀ ਕੋਈ ਹੋਰ ਕਰ ਸਕਦਾ ਸੀ। ਇਹ ਵਿਪਰ ਅਤੇ ਲਾਹੌਰ ਦਰਬਾਰ ਚੰਗੀ ਤਰ੍ਹਾਂ ਜਾਣਦੇ ਸੀ। ਸੋ ਇਹ ਵਿਪਰ ਤੇ ਲਾਹੌਰ ਦਰਬਾਰ, ਇਸ ਜੁੰਡਲੀ ਨੇ ਕੀ ਕੀਤਾ, ਇੱਕ ਮਿੱਥੀ ਹੋਈ ਸਾਜ਼ਿਸ਼ ਤਹਿਤ, ਉਹ ਜਿਹਨੂੰ ਪੰਜਾਬੀ ਜੀ ਕਹਿੰਦੇ ਆ ਦੁੱਧ ਵਿੱਚ ਕਾਂਜੀ ਪਾਉਣ ਲਈ ਸਭ ਤੋਂ ਪਹਿਲਾਂ ਇੱਕ ਪਾਤਰ ਖੜਾ ਕੀਤਾ ਜੀ, ਜਿਸ ਦਾ ਨਾਮ ਰੱਖਿਆ ਭਾਈ ਬਾਲਾ। ਤੇ ਹੁਣ ਮੈਂ ਇਹ ਵੀ ਦੱਸ ਦੇਵਾਂ, ਇਹ ਪਾਤਰ ਕੋਈ ਉੱਪਰੋਂ ਨਹੀਂ ਡਿੱਗਿਆ ਸੀ। ਇਹ ਭਾਈ ਬਾਲਾ ਹੋਰ ਕੋਈ ਨਹੀਂ ਸੀ, ਬਲਕਿ ਬਾਗੀ ਹੋਏ ਬਿੰਦੀ ਚੰਦ ਦਾ ਜਿਹੜਾ ਛੋਟਾ ਭਰਾ ਤੇ ਹਿੰਦਾਲ ਦੀ ਦਾ ਛੋਟਾ ਪੁੱਤਰ, ਜਿਹਦਾ ਨਾਂ ਸੀ ਬਾਲ ਚੰਦ, ਉਹਨੂੰ ਭਾਈ ਬਾਲਾ ਬਣਾ ਕੇ ਪੇਸ਼ ਕੀਤਾ ਗਿਆ। ਤੇ ਇੱਥੇ ਤੱਕ ਤਾਂ ਆਪਾਂ ਨੂੰ ਪਤਾ ਲੱਗ ਗਿਆ ਭਾਈ ਬਾਲਾ ਕੌਣ ਸੀ। ਜੰਡਿਆਲੇ ਦੇ ਵਸਨੀਕ ਤੇ ਭਾਈ ਹਿੰਦਾਲ ਦੇ ਪਰਿਵਾਰ ਦੇ ਜਿਹੜੇ ਪਿਤਰੀ ਪੰਡਤ ਆ, ਸੁਖਾਨੰਦ ਬ੍ਰਾਹਮਣ ਦੀ ਜਿਹੜੀ ਸੇਵਾ ਵਿੱਚ, ਉਹਨਾਂ ਨੂੰ ਕੀ ਕਿਹਾ ਬਈ ਤੇਰੇ ਤੇ ਬੜੇ ਸੀ, ਸਾਡਾ ਪਰਿਵਾਰ ਦੀ ਖੁਸ਼ੀ ਹੈ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ, ਤੇ ਇੱਕ ਜਨਮ ਸਾਖੀ ਲਿਖੋ। ਸੇਵਾ ਲਾਤੀ ਜੀ, ਕਿਉਂਕਿ ਲਿਖਾ ਪੜ੍ਹੀ ਦਾ ਕੰਮ ਬਣਤਾ ਨਹੀਂ ਆਉਂਦਾ ਸੀ। ਤੇ ਜਿਸ ਦਾ ਸਬੂਤ ਇਹ ਬਾਲਾ ਜਨਮ ਸਾਖੀ ਦੇ ਨਾਲ ਨਾਲ ਬਿੰਦੀ ਚੰਦ ਵੱਲੋਂ ਆਪਣੇ ਪਿਤਾ ਭਾਈ ਹਿੰਦਾਲ ਨੂੰ ਗੁਰੂ ਪਾਤਸ਼ਾਹ ਨਾਲੋਂ ਵੀ ਵੱਡਾ ਤੇ ਅਡੰਬਰੀ ਅਵਤਾਰ ਐਲਾਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜ਼ ਤੇ ਇੱਕ ਹੋਰ ਗ੍ਰੰਥ ਵੀ ਇਸੇ ਸੁਖਾਨੰਦ ਬ੍ਰਾਹਮਣ ਤੋਂ ਲਿਖਵਾਇਆ, ਜਿਸ ਵਿੱਚ ਇਸ ਲਿਖਾਰੀ ਦਾ ਜਿਹੜਾ ਨਾਮ ਆ ਉਹ ਸ਼ੁਰੂ ਦੇ ਵਿੱਚ ਸਬੂਤ ਦੇ ਵਿੱਚ ਤੌਰ ਤੇ ਦਰਜ ਹੈ। ਇਸ ਗ੍ਰੰਥ ਦਾ ਨਾਮ ਹੈ ਜੀ ਪਰਚੀ ਹਿੰਦਾਲ, ਜਾਂ ਸੰਪੂਰਨ ਗ੍ਰੰਥ, ਜਾਂ ਸੰਪੂਰਨ ਸਾਖੀ ਸ੍ਰੀ ਗੁਰੂ ਬਾਬਾ ਹਿੰਦਾਲ ਜੀ। ਤੇ ਇਸ ਗ੍ਰੰਥ ਤੇ ਹਿੰਦਾਲੀਆਂ ਉਰਫ
ਬਾਲਾ ਜਨਮ ਸਾਖੀ ਦੀ ਜਿਹੜੀ ਲਿਖਣ ਸ਼ੈਲੀ ਹੈ ਤੇ ਸਿਆਹੀ ਜਿਹੜੀ ਹੈ ਇਹ ਇੱਕੋ ਹੀ ਆ। ਤੇ ਇਸ ਬਾਲ ਚੰਦ ਤੇ ਜਿਹਨੂੰ ਬਣਾਤਾ ਭਾਈ ਬਾਲਾ, ਉਹਦੇ ਮੂੰਹੋਂ ਗੁਰਮਤਿ ਸਿਧਾਂਤ ਨੂੰ ਮਲੀਨ, ਕੁਚੀਲ ਤੇ ਗੰਧਲਾ ਤੇ ਹੋਰ ਭਰਮ ਭੁਲੇਖੇ ਪਾ ਕੇ ਸੰਗਤ ਦੇ ਅੱਗੇ ਪਰੋਸ ਕੇ ਦਿੱਤਾ ਗਿਆ, ਜਿਸ ਕਰਕੇ ਵਰਤਮਾਨ ਸਮੇਂ ਵਿੱਚ ਭਰਾਮਾਰੂ ਜੰਗ ਉੱਪਰ ਦ੍ਰਿੜਤਾ ਨਾਲ ਪਹਿਰੇ ਦੇ ਰਹੇ ਨੇ। ਦੇਖੋ ਜੀ, ਇਹ ਉਹ ਮੰਨਣ ਨੂੰ ਤਿਆਰੀ ਨਹੀਂ। ਤੇ ਇਸ ਕੁਕਰਮ ਦੇ ਇਨਾਮ ਵਿੱਚ ਲਾਹੌਰ ਦਰਬਾਰ ਵੱਲੋਂ ਮਹਿੰਦੀ ਚੰਦ ਦੀ ਜਿਹੜੀ ਖੁਦ ਦੀ ਮੰਗ ਉੱਪਰ ਉਸ ਵੇਲੇ ਦੀ ਲਾਹੌਰ ਦੀ ਮਸ਼ਹੂਰ ਮੁਸਲਮਾਨ ਜਿਹੜੀ ਨਾਚੀ ਸੀ, ਡਾਂਸਰ ਤੇ ਵੇਸਵਾ, ਉਹ ਔਰਤ ਦਿੱਤੀ ਗਈ। ਤੇ ਬਿੰਦੀ ਚੰਦ ਦੀਆਂ ਆਉਣ ਵਾਲੀਆਂ ਜਿਹੜੀਆਂ ਸਾਰੀਆਂ ਨਸਲਾਂ ਤੇ ਪੀੜ੍ਹੀਆਂ ਇਸ ਮੁਸਲਮਾਨ ਵੇਸ਼ਵਾ ਦੀ ਔਲਾਦ ਵਿੱਚੋਂ ਹਨ। ਇਸੇ ਕਰਕੇ ਬਿੰਦੀ ਚੰਦ ਦੀਆਂ ਅਗਲੀਆਂ ਪੀੜ੍ਹੀਆਂ ਦਾ ਗੁਰਮਤਿ ਵਿਰੋਧੀ ਤੇ ਸਿੱਖ ਪੰਥ ਨਾਲ ਵੈਰ ਹੋਣ ਕਰਕੇ ਨਹੀਂ, ਬਲਕਿ ਉਸ ਮੁਸਲਮਾਨ ਜਿਹੜੀ ਨਾਚੀ ਆ, ਵੇਸਵਾ ਆ, ਉਹਦੇ ਗੰਦਲੇ ਖੂਨ ਜੋ ਕਿ ਇਸ ਪਰਿਵਾਰ ਦੇ ਮਰਦਾਂ ਦੀਆਂ ਜਿਹੜੀਆਂ ਨਾੜੀਆਂ ਵਿੱਚ ਹੁਣ ਤੱਕ ਜ਼ਹਿਰ ਬਣ ਕੇ ਵਗ ਰਿਹਾ, ਇਹ ਫੈਕਟ ਹੈ। ਤੇ ਜੋ ਕਿ ਗੁਰੂ ਘਰ ਨਾਲ ਕੀਤੇ ਕਿਰਤਕਾਂ ਤੇ ਜਿਹੜਾ ਇਹ ਜੋ ਕਿ ਕਾਰਗੁਜ਼ਾਰੀਆਂ ਕੀਤੀਆਂ ਉਹ ਉਜਾਗਰ ਹੋਇਆ। ਤੇ ਇਸ ਦੇ ਇਲਾਵਾ ਬਿੰਦੀ ਚੰਦ ਨੂੰ ਹਿੰਦਾਲੀਆਂ ਜਾਂ ਨਿਰੰਜਣੀਆਂ ਜਨਮ ਸਾਖੀ ਦੇ ਬਦਲੇ ਕੀ ਮਿਲਿਆ ਜੀ? ਕੁਝ ਨਾ ਕੁਝ ਤਾਂ ਮਿਲਣਾ ਸੀ। ਜਿਹੜੀ ਉਹ ਵੇਸਵਾ ਸੀ ਉਹ ਤੇ ਇਲਾਵਾ 2 ਪਿੰਡਾਂ ਦੀ ਜਗੀਰ ਵੀ ਇਨਾਮ ਵਿੱਚ ਦਿੱਤੀ ਗਈ। ਇਹ ਮੇਰਾ ਖਿਆਲ ਨਹੀਂ ਸਿੱਖਾਂ ਨੂੰ ਪਤਾ, ਇਦਾਂ ਦੀਆਂ ਗੱਲਾਂ ਅਸੀਂ ਬੋਧਰੇ ਨਹੀਂ ਕਰਦੇ, ਕਿਉਂਕਿ ਇਹਨਾਂ ਪਿੰਡਾਂ ਦੇ ਜਿਹੜੇ ਨਾਮ ਆ ਉਹ ਬਿੰਦੀ ਚੰਦ ਨੇ ਆਪਣੇ ਪੁੱਤਰਾਂ ਦੇਵੀਦਾਸ ਤੇ ਪੋਤਰੇ ਮਿਹਰਬਾਨ ਦੇ ਨਾਮ ਉੱਪਰ ਬਾਅਦ ਵਿੱਚ ਰੱਖ ਦਿੱਤੇ, ਜੋ ਕਿ ਹੁਣ ਵੀ ਉਸੇ ਤਰ੍ਹਾਂ ਨੇ। ਜਿਨ੍ਹਾਂ ਨੂੰ ਸ਼ੱਕ ਹੈ ਜਾ ਕੇ ਸਰਕਾਰੀ ਕਾਗਜ਼ ਕਢਾ ਕੇ ਦੇਖ ਸਕਦੇ ਹੈ। ਇਹ ਜਿਹੜੇ ਪਿੰਡ ਹੈ ਉਹ ਬਿੰਦੀ ਚੰਦ ਦੇ ਪਰਿਵਾਰ ਦੀ ਮੌਜੂਦਾ ਜ਼ਮੀਨ ਹੈ, ਜਿਹੜੀ ਕਿ ਜੀਟੀ ਰੋਡ ਤੇ ਕੋਲ ਸਥਿਤ ਹੈ, ਉਹਦੇ ਨਾਲ ਬਿਲਕੁਲ ਲਾਗੇ ਆ। ਹੁਣ ਕੀਤਾ ਕੀ ਗਿਆ ਜੀ? ਭਾਈ ਬਾਲੇ ਦਾ ਪਾਤਰ ਤਾਂ ਬਣਾਤਾ। ਇਸ ਬਾਲੇ ਦੇ ਮੂੰਹੋਂ ਕਢਵਾ ਕੇ ਜਨਮ ਸਾਖੀ ਤੇ ਪਰਚੀ ਹਿੰਦਾਲ ਗ੍ਰੰਥ ਵਿੱਚ ਉਹ ਹੁਣ ਦਰਜ ਕਰਨਾ ਸੀ, ਜਿਸ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੋਚ ਵਿਪਰਵਾਦੀ ਰੰਗ 'ਚ ਰੰਗੜਾ ਤੇ ਗੁਰੂ ਪੰਥ ਦੀ ਜਿਹੜੀ ਨਿਰਾਲੀ ਹੋਂਦ ਆ ਉਹਨੂੰ ਖਤਮ ਕਰਨਾ ਸੀ। ਕਿਉਂਕਿ ਪ੍ਰੋਬਲਮ ਉਹੀ ਹੈ ਕਿ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਜਨੇਊ ਪਾਉਣ ਤੋਂ ਨਾ ਕੀ ਕੀਤੀ ਆ, ਤੇ ਉਹ ਤੋਂ ਬਾਅਦ ਜੀ ਕਹਿੰਦੇ ਸਭ ਤੋਂ ਪਹਿਲਾਂ ਕੀ ਹੋਇਆ ਜੀ? ਜਿਹੜਾ ਵਿਰੋਧ ਜਿਹੜੇ ਹੈ ਜੀ, ਦੇਖੋ ਜਿਹੜੀ ਇਹ ਸੋਚ ਆ ਉਹ ਇਸ ਮਕਸਦ ਵਿੱਚ ਕਾਫੀ ਕਾਮਯਾਬੀ ਹੋਈ ਹੈ ਸੋਚ। ਹੁਣ ਕਿਸੇ ਨੂੰ ਮੈਂ ਹੁਣ ਜਿਹੜੇ ਮੇਰੇ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਕਿਸੇ ਨੇ ਜੀ ਅੱਗੇ ਗੱਲ ਕੀਤੀ ਵੀ
मैं जसवीर सिंह ने प्रोग्राम पेश किया भाई बाले बारे, उन्होंने तो मैं मारी जाने कहना गल नहीं बात ने भाई बाला होया जी लै साढ़े तो घर तस्वीर लगी हुआ, वो तो मनन तैयार ही नहीं, क्योंकि इस वेले मेजोरिटी जिहड़े हैगे आ गुरु की गल नहीं मानते। तो जिन्होंने कहा भी गुरु ग्रंथ साहब इदा लिखे, वो कहते ग्रंथ तो बथेरा कुछ लिखे है, सानू तो जो साडे बाबा जी ने दसिया उही है। वाहिगुरू ते सब तो पहला जिहड़ा विरोध आ ਉਹ ਬਿੰਦੀ ਚੰਦ ਦੇ ਦਾਦੇ ਅਤੇ ਜਿਹੜੇ ਹਿੰਦਾਲ ਦੇ ਪਿਤਾ ਗਾਜ਼ੀ ਦੇ ਭਰਾਵਾਂ ਜਿਹੜੇ ਹੋਏ ਆ ਕੱਲੋ ਤੇ ਮੱਲੋ, ਉਹਨਾਂ ਦੇ ਖਾਨਦਾਨ ਨੇ ਕੀਤਾ, ਉਹਨਾਂ ਦੀ ਔਲਾਦਾਂ ਨੇ ਕੀਤਾ। ਕੱਲੋ ਤੇ ਮੱਲੋ ਦੀਆਂ ਜਿਹੜੀਆਂ ਪੀੜ੍ਹੀਆਂ ਵੱਲੋਂ ਉਸ ਵੇਲੇ ਬਿੰਦੀ ਚੰਦ ਵੱਲੋਂ ਗੁਰੂ ਘਰ ਨਾਲ ਕੀਤਾ ਇਹ ਕੁਕਰਮ, ਖਾਸ ਕਰਕੇ ਮੁਸਲਮਾਨ ਜਿਹੜੀ ਉਹ ਵੇਸਵਾ ਸੀ ਉਹਦੇ ਨਾਲ ਬਣਾਏ ਸੰਬੰਧ ਕਰਕੇ ਆਪਣੇ ਸਾਰੇ ਦੁੱਖ ਸੁੱਖ ਤੇ ਜਨਮ ਮਰਨ ਦੇ ਸੰਬੰਧ ਖਤਮ ਕਰਤੇ ਗਏ, ਜੋ ਕਿ ਹੁਣ ਵਰਤਮਾਨ ਸਮੇਂ ਤੱਕ ਵੀ ਖਤਮ ਹਨ। ਉਹ ਜਿਹੜੇ ਕੱਲੋ ਤੇ ਮੱਲੋ ਜੀ ਦੀ ਖਾਨਦਾਨ ਦੇ ਜਿਹੜਾ ਹੈ, ਜਿੰਨੇ ਵੀ ਉਹਨਾਂ ਦੀ ਅੱਗੇ ਪੀੜ੍ਹੀ ਚੱਲਦੀ ਆ, ਉਹ ਇਹਨਾਂ ਨਾਲ ਬਿੰਦੀ ਚੰਦ ਦੇ ਜਿਹੜੇ ਹੈਗੇ ਆ ਇਹਨਾਂ ਨਾਲ ਕੋਈ ਵੀ ਲਿੰਕ ਨਹੀਂ ਰੱਖਦੇ। ਤੇ ਗਾਜ਼ੀ ਕੱਲੋ ਤੇ ਮੱਲੋ ਦੇ ਪਰਿਵਾਰ ਜਿਹੜੇ ਨੇ ਉਹ ਜੰਡਿਆਲੇ ਦੇ ਵਿੱਚ ਖੇਤੀ ਕਰਦੇ ਆ, ਤੇ ਹੁਣ ਵੀ ਇਹਨਾਂ ਦੇ ਜਿਹੜੇ ਪਰਿਵਾਰ ਆ ਇਹਨਾਂ ਦਾ ਬਿੰਦੀ ਚੰਦ ਦੇ ਪਰਿਵਾਰਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਤੇ ਉਹ ਜਿਹੜਾ ਗੁਰੂ ਡਾਮਾ ਉਹ ਵੱਖਰਾ ਚੱਲ ਰਿਹਾ। ਤੇ ਇਹ ਹੁਣ ਜਿਹੜੀ ਬਿੰਦੀ ਚੰਦ ਨੇ ਬਾਲੇ ਵਾਲੇ ਜਿਹੜੀ ਜਨਮ ਸਾਖੀ ਆ ਤੋਂ ਇਲਾਵਾ ਸ਼ੁਰੂ ਕੀਤਾ ਗਿਆ, ਜੋ ਕਿ ਅੱਜ ਵੀ ਮੌਜੂਦਾ ਪੀੜ੍ਹੀ ਵੱਲੋਂ ਉਹ ਕੰਮ ਚੱਲ ਰਿਹਾ, ਤੇ ਜਿਨ੍ਹਾਂ ਨੂੰ ਸ਼ੱਕ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜੰਡਿਆਲੇ ਜਾ ਕੇ ਦਰਸ਼ਨ ਕਰ ਲਿਓ। ਪਹਿਲਾ, ਗੁਰੂ ਘਰ ਦੇ ਬਰਾਬਰ ਜਾਂ ਸ਼ਰੀਕ ਵਜੋਂ ਵੱਖਰਾ ਪੰਥ ਚਲਾਇਆ, ਜਿਸ ਨੂੰ ਹਿੰਦਾਲੀਆਂ ਜਾਂ ਨਿਰੰਜਣੀਆਂ ਪੰਥ ਕਿਹਾ ਗਿਆ। ਇਤਿਹਾਸ ਇਹ ਤਾਂ ਪੜ੍ਹਿਆ ਇਹਨਾਂ ਨੇ ਕੀ ਕਰਤੂਤਾਂ ਕੀਤੀਆਂ ਭਾਈ ਤਾਰੂ ਸਿੰਘ ਜੀ ਦੇ ਹੋਰ ਸਾਰੇ ਸਿੱਖਾਂ ਦੇ ਪਰਿਵਾਰਾਂ ਨੂੰ ਖਤਮ ਕਰਾਉਣ ਲਈ। ਗੁਰੂ ਅਰਜਨ ਸਾਹਿਬ ਜੀ ਦੇ ਨਾਲ ਇਹ ਡਿਟੇਲ ਆਪਾਂ ਨੂੰ ਪਤਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਜਿਹੜਾ ਹਿੰਦਾਲ ਗ੍ਰੰਥ ਆ ਜਾਂ ਪਰਚੀ ਹਿੰਦਾਲ ਗ੍ਰੰਥ ਦੀ ਉਹਦੀ ਸਥਾਪਨਾ ਕੀਤੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪਰਚੀ ਹਿੰਦਾਲ ਦੇ ਮੁਤਾਬਕ ਭਾਈ ਹਿੰਦਾਲ ਦਾ ਚੇਲਾ ਤੇ ਭਾਈ ਹਿੰਦਾਲ ਨੂੰ ਕਬੀਰ ਸਾਹਿਬ ਦਾ ਸਮਕਾਲੀ ਤੇ ਉਹਨਾਂ ਤੋਂ ਵੀ ਵੱਡਾ ਸਥਾਨ ਦਿੱਤਾ। ਹੋਰ ਦੇਖਿਓ ਜਾ ਕੇ, ਬਿੰਦੀ ਚੰਦ ਨੇ ਆਪਣੀ ਆਮਦਨ ਦਾ ਜਿਹੜਾ ਉਹ ਪੱਕਾ ਵਸੀਲਾ ਬਣਾਉਣ ਲਈ ਜੰਡਿਆਲੇ ਦੇ ਬਾਰ-ਬਾਰ ਜਿਹੜਾ ਛੱਪੜ ਸੀ ਉਹਨੂੰ ਬਣਾ ਲਿਆ ਸਰੋਵਰ, ਤੇ ਉਹਦੇ ਕੰਢੇ ਬਣੇ ਸਖੀ ਸਰਵਰਾਂ ਦੀਆਂ ਕਬਰਾਂ ਲਾਗੇ ਭਾਈ ਹਿੰਦਾਲ ਨੂੰ ਇੱਕ ਤਪੀਆ ਬੜਾ ਤਪਸਵੀ ਮਹਾਪੁਰਸ਼ ਬਣਾ ਕੇ ਤੇ ਉਹ ਇੱਕ ਤਪ ਸਥਾਨ ਵੀ ਕਾਇਮ ਕਰਤਾ, ਜਿਸ ਅੰਦਰ ਪਰਚੀ ਹਿੰਦਾਲ ਦੀ ਸਥਾਪਨਾ ਤੇ ਉਸ ਨੂੰ ਲੋਕਾਂ ਕੋਲੋਂ ਮੱਥਾ ਟਿਕਾਇਆ ਜਾਣਾ ਸ਼ੁਰੂ ਕਰਤਾ। ਹੋਰ ਦੇਖੋ, ਉਸ ਤਪ ਸਥਾਨ ਦੇ ਬਾਹਰਲਾ ਜਿਹੜਾ ਗੇਟ ਆ ਉਹਦੇ ਉੱਪਰ ਲਿਖਿਆ ਕੀ ਹੈ, ਭਾਈ ਹਿੰਦਾਲ ਦਾ ਨਾਮ, ਤੇ ਅੱਗੇ ਲਿਖਿਆ ਕੌਮਿਆਂ 'ਚ ਤਪ ਅਸਥਾਨ ਗੁਰੂ ਹਿੰਦਾਲ। ਹੋਰ ਦੇਖੋ, ਉਸ ਵਕਤ ਪ੍ਰਚਲਿਤ ਜਿਹੜੇ ਸੀ ਪਰਮਾਤਮਾ ਦਾ ਸੰਬੋਧਨੀ ਨਾਮ ਸੀ ਆਮ ਤੌਰ ਤੇ ਸਤਨਾਮ, ਉਹਦੀ ਬਜਾਏ ਸ਼ੁਰੂ ਕਰਤਾ ਨਿਰੰਜਨ। ਇਸੇ ਕਰਕੇ ਜੇ ਹੁਣ ਦੇਖੋ ਨਾ ਕੋਈ ਕਹਿੰਦਾ ਵੀ ਇਤਰਾਜ਼ ਕਰਦਾ ਨਾ, ਉਹ ਕਹਿੰਦੇ ਹੋ ਜੀ ਗੁਰੂ ਗ੍ਰੰਥ ਸਾਹਿਬ 'ਚ ਹੈ,
ਇਸੇ ਕਰਕੇ ਬਿੰਦੀ ਚੰਦ ਤੇ ਬਾਲ ਚੰਦ ਦੀ ਔਲਾਦ ਨੂੰ ਵੀ ਲੋਕ ਨਿਰੰਜਨੀਏ ਕਰਕੇ ਹੁਣ ਤੱਕ ਜਾਣਦੇ ਆ। ਹੋ ਸਕਦਾ ਹੈ ਜਿਹੜੇ ਤੁਸੀਂ ਜਾ ਕੇ ਕਿਤੇ ਪੁੱਛੋ ਉਹਨਾਂ ਨੂੰ ਹਿੰਦਾਲੀਆਂ ਬਾਰੇ, ਉਹਨਾਂ ਨੂੰ ਨਾ ਪਤਾ ਲੱਗੇ, ਉਹ ਕਹਿੰਦੇ ਵੀ ਨਿਰੰਜਨੀਆਂ ਨੂੰ ਫਟਾਫਟ ਦੱਸ ਕੋ ਸਾਹਮਣੇ ਦੇਖੋ ਜੀ। ਤੇ ਫਤਿਹ ਬੁਲਾਉਣ ਦੀ ਬਜਾਏ ਬਿੰਦੀ ਚੰਦ ਨੇ ਹੋਰ ਕੀ ਕੀਤਾ? ਸੱਚਨਾਮ, ਸਤਨਾਮ ਵੀ ਨਹੀਂ, ਸੱਚਨਾਮ ਇਹ ਕਹਿਣਾ ਸ਼ੁਰੂ ਕਰਵਾਇਆ। ਤੇ ਹੁਣ ਵੀ ਜਿਹੜੀ ਔਲਾਦ ਆ ਉੱਥੇ ਇਹਨਾਂ ਦੀ, ਬਿੰਦੀ ਚੰਦ ਜੀ ਦੀ, ਇਹ ਲੋਕਾਂ ਕੋਲੋਂ ਨਾ ਸੱਚਨਾਮ ਹੀ ਕਹਾਉਂਦੀ ਆ। ਹੋਰ ਦੇਖੋ, ਜਨਮ ਮਰਨ ਦੁੱਖ ਤੇ ਸੁੱਖ ਸਮੇਂ ਗੁਰੂ ਘਰ ਨਾਲੋਂ ਵੱਖਰੀਆਂ ਰੋਹ ਰੀਤਾਂ ਜਿਹੜੀਆਂ ਸ਼ੁਰੂ ਕੀਤੀਆਂ। ਮਿਸਾਲ ਦੇ ਤੌਰ ਤੇ ਆਨੰਦ ਸਾਹਿਬ ਤੇ ਰਹਿਤ ਜਿਹੜੀ ਮਰਿਆਦਾ ਮੁਤਾਬਕ ਕੀਤੀ ਜਾਂਦੀ ਜਿਹੜੀ ਅਰਦਾਸ ਹੈ, ਉਹਦੀ ਬਜਾਏ ਬਿੰਦੀ ਚੰਦ ਨੇ ਪਰਚੀ ਹਿੰਦਾਲ ਵਿੱਚ ਜਿਹੜੀ ਲਿਖਵਾਈ ਸਲਾਹ ਆ ਉਹ ਪੜ੍ਹੀ ਜਾਂਦੀ ਹੈ ਜੀ। ਹੋਰ ਦੇਖੋ, ਇਸ ਪਰਿਵਾਰ ਵਿੱਚ ਉਹ ਜਿਹੜੀ ਮੁਸਲਮਾਨ ਵੇਸਵਾ ਸੀ, ਉਹਦਾ ਖੂਨ ਹੋਣ ਮਤਲਬ ਹੁਣ ਰਗਾਂ 'ਚ ਖੂਨ ਨਸਦਾ, ਤੇ ਇਹਨਾਂ ਦਾ ਜਿਹੜਾ ਮੇਨ ਸ਼ਰਾਬ, ਮਾਸ ਤੇ ਔਰਤ ਗਮਨੀ, ਇਹ ਜਿਹੜਾ ਸੰਬੰਧ ਹੈ ਇਹ ਹੱਡ ਮਾਸ ਵਾਲਾ ਤੇ ਪੀੜ੍ਹੀ ਦਰ ਪੀੜ੍ਹੀ ਬਦਸਤੂਰ ਚੱਲ ਰਿਹਾ। ਇੱਕ ਹੋਰ ਪੁਆਇੰਟ, ਇਸ ਪਰਿਵਾਰ ਦਾ ਹਰ ਮੈਂਬਰ ਕੇਸਾਂ ਦੀ ਬੇਅਦਬੀ ਵੀ ਕਰਦੇ ਆ ਰਹੇ, ਜਿਸ ਦੇ ਵਜੋਂ ਜਿਹੜਾ ਵਿਆਹ ਆ, ਵਿਆਹ ਵਕਤ ਜਿਹੜੀ ਲੜਕੀ ਲੱਭਦੇ ਆ, ਲੜਕੀ ਲੱਭਣ ਵੇਲੇ ਇਸ ਪਰਿਵਾਰ ਨੂੰ ਮੁਸ਼ਕਲ ਆਉਂਦੀ ਹੈ। ਕੋਈ ਵੀ ਗੁਰਸਿੱਖ ਪਰਿਵਾਰ ਜਿਹੜਾ ਹੈਗਾ, ਉਹ ਬਿੰਦੀ ਚੰਦ ਦੀ ਜਿਹੜੀ ਵੰਸ਼ ਹੈ, ਉਹਨਾਂ ਨੂੰ ਹੁਣ ਲੜਕੀ ਦੇਣ ਤੋਂ ਕੰਨੀ ਕਤਰਾਉਣ ਲੱਗ ਪਏ। ਉਹਨਾਂ ਨੂੰ ਹੌਲੀ ਹੌਲੀ ਵੈਸੇ ਪਤਾ ਲੱਗ ਰਿਹਾ। ਤੇ ਇੱਕ ਹੋਰ ਪੁਆਇੰਟ ਨੋਟ ਕਰਨ ਵਾਲਾ ਉਹ ਇਹ ਹੈ ਵੀ ਆਪਣੇ ਨਾਮ ਦੇ ਸ਼ੁਰੂ ਵਿੱਚ ਇਹ ਲਫ਼ਜ਼ ਲਾਉਂਦੇ ਹੈਗੇ ਆ ਗੁਰੂ, ਤੇ ਪਿੱਛੇ ਲਾਉਂਦੇ ਹੈਗੇ ਆ ਦਾਸ। ਇਹ ਦੋ ਅੱਖਰ ਵਰਤਦੇ ਆ। ਹੋਰ ਪੁਆਇੰਟ ਦੇਖ ਲਓ, ਤਕਰੀਬਨ 11 ਪੁਆਇੰਟ ਮੈਂ ਦੱਸ ਚੁੱਕਾ। ਪਰਚੀ ਹਿੰਦਾਲ ਵਿੱਚ ਭਾਈ ਹਿੰਦਾਲ ਦੀ ਜਿਹੜੀ ਜਨਮ ਤਰੀਕ ਹੈ, ਉਹਨੂੰ ਗੁਰੂ ਸਾਹਿਬ ਜੀ ਦੇ ਸਮੇਂ ਦੀ ਨਹੀਂ ਦੱਸਦੇ, ਉਹ ਤੋਂ ਪਹਿਲਾਂ ਹੀ ਦੱਸਦੇ ਆ। ਉਹ ਗਲਤ ਲਿਖੀ ਹੈ। ਇਸੇ ਪਰਿਵਾਰ ਵਿੱਚ ਜਿਹੜਾ ਗੁਰੂ ਬਿਸ਼ਨ ਦਾਸ ਆ, ਉਹਨੇ ਇੱਕ ਲਿਖਿਆ ਕਿੱਸਾ ਪੂਰਨ ਭਗਤ ਕਾ, ਉਹਦੇ ਵਿੱਚ ਵੀ ਜੀ ਭਾਈ ਹਿੰਦਾਲ ਦਾ ਜਨਮ ਜਿਹੜਾ ਹੈਗਾ ਉਹ ਗੁਰੂ ਕਾਲ ਨਾਲੋਂ ਵੱਖਰਾ ਦਿਖਾਇਆ ਗਿਆ। ਦੇਖੋ ਨਾ, ਇੱਕ ਪਾਸੇ ਜੇ ਫੈਕਟ ਹੈ, ਫੈਕਟ ਵਿੱਚ ਗੁਰੂ ਅਮਰਦਾਸ ਜੀ ਦੇ ਵੇਲੇ ਸੇਵਾ ਕਰਦੇ ਸੀ, ਠੀਕ ਹੈ, ਰਹਿਣ ਦਿਓ, ਗੱਲ ਮੁੱਕੀ ਨਾ। ਪਰ ਜਿਹੜੀ ਸਾਜ਼ਿਸ਼ ਹੈ, ਸਾਜ਼ਿਸ਼ ਹੋਰ ਹੈ। ਬਿੰਦੀ ਚੰਦ ਤੇ ਬਾਲਾ ਉਰਫ ਬਾਲ ਚੰਦ, ਇਹਨਾਂ ਵੱਲੋਂ ਉਦਾਸੀ ਮੱਤ ਧਾਰਨ ਕਰਕੇ ਭਾਗਵਾਂ ਜਿਹੜੀ ਭਾਵ ਗੇਰੂਆ ਰੰਗ ਦੇ ਜਿਹੜੇ ਕੱਪੜੇ ਆ ਤੇ ਪੱਗ ਇਹ ਪਹਿਨਦੇ ਆ। ਤੇ ਜਿਹਨਾਂ ਮਹਾਂਪੁਰਸ਼ਾਂ ਦੀ ਪਹਿਲਾਂ ਗੱਲ ਕੀਤੀ, ਮੈਨੂੰ ਨਹੀਂ ਪਤਾ ਵੀ ਉਹ ਵੀ ਸ਼ਾਇਦ ਇਹਨਾਂ ਦੇ ਨਾਲ ਹੀ ਆ। ਤੇ ਦੋਹਾਂ ਹੱਥਾਂ ਨੂੰ ਜੋੜ ਕੇ ਅੱਗੇ ਵੱਲ ਪ੍ਰਣਾਮ ਕਰਕੇ ਨਮਸਕਾਰ ਕਰਨ ਦੀ ਥਾਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੱਥਾਂ ਨੂੰ ਪਿੱਛੇ ਭਾਵ ਪਿੱਠ ਪਿੱਛੇ ਕਰਕੇ ਜਿਹੜਾ ਨਮਸਕਾਰ ਹੈ ਉਹ ਕਰਨ ਨੂੰ ਕਿਹਾ ਜਾਂਦਾ। ਤੇ ਅਜੇ ਵੀ ਇਸ ਪਰਿਵਾਰ ਵੱਲੋਂ ਇਹੀ ਢੰਗ ਤਰੀਕਾ ਅਪਣਾਇਆ ਜਾਂਦਾ।
ਤੇ 15ਵੇਂ ਪੁਆਇੰਟ ਦੇ ਵਿੱਚ ਇੱਕ ਹੋਰ ਸਾਂਝ ਮੈਂ ਪਾਉਂਦਾ ਜਾਵਾਂ। ਲਾਹੌਰ ਦਰਬਾਰ ਨਾਲ ਪਈ ਇਸ ਸਾਂਝ ਕਰਕੇ ਇੱਕ ਛੋਟਾ ਦਰਬਾਰ ਹਾਲ ਇਹਨਾਂ ਦੇ ਜੱਦੀ ਘਰ ਦੇ ਲਾਗੇ ਮੁਗਲ ਸਰਕਾਰ ਵੱਲੋਂ ਬਣਵਾ ਕੇ ਦਿੱਤਾ ਗਿਆ, ਜੋ ਕਿ ਹੁਣ ਵੀ ਮੌਜੂਦ ਹੈ ਤੇ ਅੰਦਰ ਦਰਬਾਰ ਦੇ ਨਾਲ ਜਾਣਿਆ ਜਾਂਦਾ ਹੈ, ਤੇ ਜਿਸ ਵਿੱਚ ਇੱਕ ਪਰਿਵਾਰ ਦਾ ਜੋ ਵੀ ਵਿਅਕਤੀ ਇਸ ਗੱਦੀ ਦਾ ਜਾਨਸ਼ੀਨ ਬਣਦਾ ਆ ਰਿਹਾ ਉਹ ਉੱਥੇ ਬੈਠ ਕੇ ਫੈਸਲੇ ਕਰਦਾ। ਪਰ ਇਸ ਦਰਬਾਰ ਦੀ ਸਥਾਪਤੀ ਦੇ ਨਾਲ ਇਸ ਪਰਿਵਾਰ ਦਾ ਕੱਲੋ ਤੇ ਮੱਲੋ ਦੀ ਔਲਾਦ ਨਾਲ ਜਿਹੜਾ ਰਿਸ਼ਤਾ ਆ ਉਹ ਬਿਲਕੁਲ ਟੁੱਟ ਚੁੱਕਾ। ਤੇ ਇਸ ਤੋਂ ਇਲਾਵਾ ਦੇ ਸਿੱਖ ਪੰਥ ਨਾਲ ਜਿਹੜੀ ਦੁਸ਼ਮਣੀ ਆ ਇਹਨਾਂ ਦੀ ਉਹ ਹੋਰ ਵੱਧ ਗਈ ਹੈ ਤੇ ਸਿੱਖ ਵਿਰੋਧੀ ਘਟਨਾਵਾਂ ਨੂੰ ਇਹ ਸਰੰਜਾਮ ਦਿੱਤਾ ਗਿਆ, ਜਿਸ ਕਰਕੇ 19ਵੀਂ ਸਦੀ ਵਿੱਚ ਸਿੱਖ ਪੰਥ ਨੂੰ ਨੁਕਸਾਨ ਕਾਫੀ ਉਠਾਉਣਾ ਪਿਆ। ਆਪਾਂ ਇਤਿਹਾਸ 'ਚ ਪੜ੍ਹਦੇ ਹਾਂ। ਤੇ ਤਪ ਸਥਾਨ ਜਿਹੜਾ ਸ੍ਰੀ ਚੰਦ ਦੇ ਉਦਾਸੀ ਮਤ ਦੀ ਸਿੱਧੀ ਮਦਦ ਨਾਲ ਬਣਾਇਆ ਗਿਆ, ਤੇ ਉੱਥੇ ਪਰਚੀ ਹਿੰਦਾਲ ਤੋਂ ਇਲਾਵਾ ਰਾਮ ਭਗਵਾਨ ਜਿਹੜੇ ਉਹ ਤੇ ਕ੍ਰਿਸ਼ਨ ਜੀ ਦਾ ਮੰਦਿਰ ਵੀ ਸਥਾਪਿਤ ਕੀਤਾ ਗਿਆ। ਤੇ ਵਰਤਮਾਨ ਸਮੇਂ ਵਿੱਚ ਵੀ ਇਸ ਤਪ ਸਥਾਨ ਦਾ ਜਿਹੜਾ ਸੰਚਾਲਕ ਹੈ ਉਹ ਉਦਾਸੀ ਮਤ ਦੇ ਕੇਂਦਰੀ ਸ਼ਾਖਾ ਜੋ ਕਿ ਹਰਿਦੁਆਰ 'ਚ ਹੈਗਾ ਜੀ, ਕਨਖਲ, ਉੱਥੇ ਤੇ ਉੱਥੋਂ ਹੁਕਮ ਆਉਂਦੇ ਆ ਅਤੇ ਬਿੰਦੀ ਤੇ ਬਾਲਚੰਦ ਦੇ ਮੌਜੂਦਾ ਪਰਿਵਾਰ ਦੀ ਸਹਿਮਤੀ ਨਾਲ ਬਣਾਇਆ ਜਾਂਦਾ। ਤੇ ਅਗਲੇ ਪੁਆਇੰਟ ਦੇਖੋ, 20ਵੀਂ ਸਦੀ ਵਿੱਚ ਇੱਕ ਆਦਮ ਕੱਦ ਦੀ ਮੂਰਤੀ, ਪੂਰਾ ਆਦਮੀ ਦਾ ਸਾਈਜ਼, ਜੋ ਕਿ ਉਦਾਸੀ ਮਤ ਦੇ ਕਿਸੇ ਵੀ ਨਾਥ ਜਿਸ ਦਾ ਨਾਮ ਸੰਤੋਖ ਮੁਨੀ ਦੱਸਿਆ ਜਾਂਦਾ, ਉਹ ਇਸ ਤਪ ਸਥਾਨ ਵਿੱਚ ਮੰਦਿਰਾਂ ਦੇ ਨਾਲ ਸਥਾਪਿਤ ਕਰਕੇ ਤੇ ਜਿਹੜੀ ਭੋਲੀ ਭਾਲੀ ਸੰਗਤਾਂ ਕੋਲੋਂ ਮੱਥਾ ਟਿਕਾਣਾ ਵੀ ਸ਼ੁਰੂ ਕੀਤਾ ਗਿਆ। ਤੇ ਇੱਕ ਹੋਰ ਪੁਆਇੰਟ ਨੋਟ ਕਰਿਓ, ਬਿੰਦੀ ਚੰਦ ਅਤੇ ਬਾਲ ਚੰਦ ਉਰਫ ਭਾਈ ਬਾਲਾ ਦੇ ਜਿਹੜੇ ਕੁਕਰਮਾਂ ਮੁਤਾਬਕ ਜਿਹੜੇ ਉਹਦੇ ਜਿਹੜੇ ਕੁਰਸੀਨਾਮੇ ਦੇ ਡਿਟੇਲ ਜੋ ਮੈਂ ਦੱਸਿਆ ਵੀ ਤੁਹਾਨੂੰ, ਉਹਦੇ 18ਵੀਂ ਸਦੀ ਵਿੱਚ ਅਕਲਦਾਸ ਉਰਫ ਹਰੀ ਭਗਤ ਨਿਰੰਜਣੀਆਂ ਦਾ ਇੱਕ ਵਿਅਕਤੀ ਇਹਨਾਂ ਵੱਲੋਂ ਚਲਾਈ ਗਈ ਗੱਦੀ ਤੇ ਅੰਦਰਲੇ ਦਰਬਾਰ ਵਿੱਚ ਜਗਦੀ ਜੋਤ ਦਾ ਜਾਨਸ਼ੀਨ ਵੀ ਬਣਿਆ, ਤੇ ਉਸਨੇ ਆਪਣੀਆਂ ਰਗਾਂ ਦੇ ਵਿੱਚ ਜਿਹੜੇ ਚੱਲ ਰਿਹਾ ਮੁਸਲਮਾਨੀ ਲਹੂ ਕਰਕੇ ਸ਼ੁਰੂ ਤੋਂ ਹੀ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਮੁਖਬਰੀ ਹੈ, ਇਹ ਆਪਾਂ ਸਿੱਖ ਇਤਿਹਾਸ ਵਿੱਚ ਡਿਟੇਲ 'ਚ ਪੜ੍ਹ ਸਕਦੇ ਹਾਂ ਵੀ ਕੀਤੀ। ਤੇ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਖੋਪੜੀ, ਜਦੋਂ ਉਹ ਸਾਰੀ ਉਹ ਜਿਹੜਾ ਵਾਕਿਆ ਹੈਗਾ ਉਹ ਸਿੱਖ ਇਤਿਹਾਸ ਚੰਗੀ ਤਰ੍ਹਾਂ ਜਾਣੂ। ਤੇ ਇਸ ਤੋਂ ਲਾਹੌਰ ਦਰਬਾਰ ਤੋਂ ਪ੍ਰਾਪਤ ਹੋਇਆ ਇਹਨਾਂ ਨੂੰ ਇਨਾਮ, ਉਹ ਇਨਾਮ ਦੇ ਲਾਲਚ ਵਿੱਚ ਇਸੇ ਗੁਰੂ ਅਕਲਦਾਸ ਨੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਮੁਖਬਰੀ ਕਰਕੇ ਵੀ ਸ਼ਹੀਦ ਕਰਵਾਇਆ। ਇਹ ਹਿਸਟੋਰੀਕਲ ਫੈਕਟਸ ਆ ਜੀ। ਤੇ ਇੱਕ ਹੋਰ ਪੁਆਇੰਟ, ਅਕਲਦਾਸ ਨਿਰੰਜਨੀਏ ਤੇ ਬਾਅਦ ਇਸ ਦਾ ਪੁੱਤਰ ਗੁਰੂ ਦਰਸ਼ਨ ਦਾਸ ਗੱਦੀ ਉੱਤੇ ਬੈਠੇ, ਤੇ ਇਸ ਨੇ ਆਪਣੇ ਪਿਤਾ ਵਾਂਗ ਲਾਹੌਰ ਦਰਬਾਰ ਦਾ ਮੁਖਬਰ ਬਣ ਕੇ ਸਿੱਖਾਂ ਦਾ ਪਿੱਛਾ ਕਰਕੇ ਥਾਂ ਟਿਕਾਣਾ ਲੱਭਿਆ, ਤੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਭੇਜ ਕੇ ਵੱਡਾ ਘੱਲੂਘਾਰਾ ਕੁੱਪ ਰਹੀੜੇ ਵਾਲੇ ਨੂੰ ਜਿਹੜਾ ਅੰਜਾਮ ਦੇ ਕੇ ਕਈ ਵੱਡੇ ਇਨਾਮ ਵੀ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਆਪਣੀ ਹਿਫਾਜ਼ਤ ਲਈ ਇੱਕ ਕੱਚਾ ਤੇ ਇੱਕ ਕੜਾ ਤੇ ਇੱਕ ਕੱਚਾ ਤੇ ਇੱਕ ਪੱਕਾ ਕਿਲਾ ਜਿਹੜਾ ਹੈ ਉਹ ਅਬਦਾਲੀ ਅਤੇ ਲਾਹੌਰ ਦਰਬਾਰ ਵੱਲੋਂ ਚੜ੍ਹਦੇ ਅਤੇ ਜੰਡਿਆਲੇ ਦੇ ਲਹਿੰਦੇ ਪਾਸੇ ਬਣਵਾਏ। 2 ਕਿਲੇ ਉੱਥੇ ਬਣੇ ਹੋ ਆ ਜਿਹੜੇ ਲਾਹੌਰ ਦਰਬਾਰ ਨੇ ਇਹਨਾਂ ਨੂੰ ਇਨਾਮ ਵਜੋਂ ਬਣਵਾ ਕੇ ਦਿੱਤੇ ਸੀ।
ਤੇ ਇੱਕ ਕੱਚਾ ਕਿਲਾ ਤੇ ਇੱਕ ਪੱਕਾ ਕਿਲਾ। ਤੇ ਦਰਸ਼ਨ ਦਾਸ, ਇਹ ਜਿਹੜਾ ਬਰਮੀ ਵਾਲਾ ਮਾਰਿਆ ਉਹਦੀ ਨਹੀਂ ਮੈਂ ਗੱਲ ਕਰ ਰਿਹਾ, ਇਹ ਦਰਸ਼ਨ ਦਾਸ ਨੇ ਬਾਅਦ ਵਿੱਚ ਇਸ ਦਾ ਭਰਾ ਜਿਹੜਾ ਸੀ ਗੁਰੂ ਦਿਆਲ ਦਾਸ, ਉਹ ਗੱਦੀ ਉੱਪਰ ਬੈਠਾ, ਪਰ ਖਾਲਸਾ ਪੰਥ ਨੇ ਵੱਡੇ ਘੱਲੂਘਾਰੇ ਦਾ ਬਦਲਾ ਲੈਣ ਲਈ ਜੰਡਿਆਲੇ ਉੱਪਰ ਹਮਲਾ ਬੋਲ ਦਿੱਤਾ ਤੇ ਇਸੇ ਦੋਹਾਂ ਕਿਲਿਆਂ ਨੂੰ ਢਾਹ ਢੇਰੀ ਵੀ ਕਰਤਾ। ਤੇ ਮੁਗਲ ਦਰਬਾਰ ਵੱਲੋਂ ਜਿਹੜੇ ਸੀ ਵਕਤ ਸਿਰ ਮਦਦ ਨਾ ਆਉਣ ਕਰਕੇ ਦਿਆਲ ਦਾਸ ਨੇ ਖਾਲਸਾ ਪੰਥ ਕੋਲੋਂ ਮੁਆਫੀ ਮੰਗ ਕੇ ਅੱਗੇ ਤੋਂ ਤੋਬਾ ਕਰਨ ਦਾ ਵਾਅਦਾ ਕਰਕੇ ਜਾਨ ਬਖਸ਼ਾ ਲਈ। ਉਸ ਵੇਲੇ ਇਤਿਹਾਸ ਲਿਖਿਆ ਹੈ। ਤੇ ਇੱਕ ਹੋਰ ਪੁਆਇੰਟ ਨੋਟ ਕਰਨੇ ਵਾਲਾ ਵੀ ਦਿਆਲ ਦਾਸ ਦੀ ਮੌਤ ਪਿੱਛੋਂ ਇਸ ਦਾ ਪੁੱਤਰ ਜਿਹੜਾ ਸੀ ਉਹ ਗੁਰੂ ਸ਼ਰਨ ਦਾਸ, ਮੈਂ ਪਹਿਲਾਂ ਦੱਸਿਆ ਨਾ ਉਹਦਾ ਸ਼ਰਨ ਆ ਨਾ ਦਿਆਲ ਆ, ਇਹ ਮੋਹਰੇ ਗੁਰੂ ਲਾਉਂਦੇ ਆ ਤੇ ਪਿੱਛੇ ਦਾਸ ਲਾਉਂਦੇ ਆ। ਉਹ ਜਿਹੜਾ ਗੁਰੂ ਸ਼ਰਨ ਦਾਸ ਗੱਦੀ ਉੱਪਰ ਬੈਠਾ ਤੇ ਇਹ ਆਪਣੇ ਬਜ਼ੁਰਗਾਂ ਵਾਂਗ ਉਹੀ ਤਿੰਨੇ ਚੀਜ਼ਾਂ, ਸ਼ਰਾਬ, ਮਾਸ ਤੇ ਰੰਡੀਬਾਜ਼ੀ ਕਰਨਾ, ਉਹ ਨਹੀਂ ਛੱਡੀਆਂ। ਤੇ ਇਸ ਤੋਂ ਇਲਾਵਾ ਜਿਹੜਾ ਗਣੇਸ਼ਾ ਸਿੰਘ ਨਿਰਮਲਾ, ਉਹ ਆਪਣੀ ਪੁਸਤਕ ਵਿੱਚ ਲਿਖਦਾ ਹੈ ਕਿ ਗੁਰੂ ਸ਼ਰਨ ਦਾਸ ਇੱਕ ਹੈਵਾਨ ਨਾਲੋਂ ਘੱਟ ਨਹੀਂ। ਉਹ ਇੱਕ ਵਾਰ ਵਿੱਚ ਪੂਰਾ ਬੱਕਰਾ ਤੇ ਸ਼ਰਾਬੀ ਤੇ ਜਿਹੜੀ ਸੁਰਾਹੀ ਸ਼ਰਾਬ ਦੀ ਪੀ ਲੈਂਦਾ ਸੀ। ਇਹ ਉਹਦੀ ਜੀਵਨੀ 'ਚ ਲਿਖਿਆ ਹੈ ਗਣੇਸ਼ਾ ਸਿੰਘ ਨਿਰਮਲੇ ਨੇ, ਜਿਹੜੀ ਬੁੱਕ ਲਿਖੀ ਹੈ। ਹਰ ਔਰਤ ਉਸਦੇ ਕੋਲੋਂ ਲੰਘਣ ਲੱਗਿਆਂ ਵੀ ਡਰਦੀ ਸੀ। ਇਸੇ ਕਰਕੇ ਤਪ ਸਥਾਨ ਵਿੱਚ ਲੋਕ ਘੱਟ ਜਾਣ ਲੱਗ ਪਏ। ਤੇ ਇੱਕ ਹੋਰ ਮਿੱਥ ਮੁਤਾਬਕ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰੋਵਰ ਲਾਗੇ ਨਾ ਕੋਈ ਦੈਂਤ ਰਹਿੰਦਾ। ਇਹ ਪਤਾ ਨਹੀਂ ਵੀ ਦੈਂਤ ਉਹੀ ਆ ਜਿਹੜਾ ਸ਼ਰਨਦਾਸ। ਤੇ ਸ਼ਰਨਦਾਸ ਨੇ ਉਹ ਜਿਹੜਾ ਦੱਸਿਆ ਜੀ, ਹੋਰ ਦੇਖੋ ਨਾ ਦੈਂਤ ਤਾਂ ਦਿਖਦਾ ਹੀ ਆ। ਤੇ ਸ਼ਰਨਦਾਸ ਨੇ ਆਪਣੇ ਬਜ਼ੁਰਗਾਂ ਵਾਲੇ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਬਜ਼ੁਰਗਾਂ ਨੇ ਕੀਤਾ ਸੀ, ਉਸੇ ਤਰ੍ਹਾਂ ਸਿੱਖ ਪੰਥ ਨਾਲ ਕੱਟੜਤਾ ਨੂੰ ਮੁੜ ਸ਼ੁਰੂ ਕਰਤਾ। ਭਾਵ ਉਹ ਵਿਰੋਧਤਾ ਜਿਹੜੀ ਆ ਸ਼ੁਰੂ ਕਰਤੀ ਤੇ ਲਾਹੌਰ ਦਰਬਾਰ ਕੋਲੋਂ ਵੀ ਸਿੱਖਾਂ ਦੀ ਮੁਖਬਰੀ ਕਰਕੇ ਇਨਾਮ ਹਾਸਲ ਕੀਤੇ। ਤੇ ਇੱਕ ਪੁਆਇੰਟ ਹੋਰ ਉਹ ਅਜੀਬ ਇਹਨਾਂ ਆਪੋ ਬਣੇ ਗੁਰੂਆਂ ਕਰਕੇ ਜੰਡਿਆਲਾ ਪਹਿਲਾਂ ਗੁਰੂਆਂ ਦਾ, ਸ਼ਾਇਦ ਤੁਹਾਨੂੰ ਪਤਾ ਹੋਗਾ, ਉਹਦਾ ਨਾਂ ਜੰਡਿਆਲਾ ਗੁਰੂ ਕਿਹਾ ਜਾਂਦਾ ਕਿਉਂਕਿ ਜੰਡਿਆਲਾ ਬਡਾਲਾ ਵੀ ਹੈਗਾ ਮੰਜਕੀ 'ਚ ਉਹ, ਤੇ ਉਹਦੇ ਇਹ ਪਰ ਇਹਨੂੰ ਜਿਹੜਾ ਇਹਦਾ ਨਾਂ ਸੀ ਗੁਰੂ ਜੰਡਿਆਲਾ ਗੁਰੂ। ਤੇ ਹੁਣ ਜੰਡਿਆਲਾ ਗੁਰੂ ਕਰਕੇ ਜਾਣਿਆ ਜਾਂਦਾ। ਤੇ ਗੁਰੂ ਸ਼ਬਦ ਜਿਹੜਾ ਹੈ ਸਿਰਫ ਇਹ ਆਮ ਬੰਦਿਆਂ ਨੂੰ ਨਹੀਂ ਪਤਾ। ਇਹ ਆਮ ਗੱਲ ਕਹਿੰਦਾ ਵੀ ਸ਼ਾਇਦ ਗੁਰੂ ਸਾਹਿਬ ਕਰਕੇ ਰੱਖਿਆ, ਨਹੀਂ। ਇਹ ਗੁਰੂ ਸ਼ਬਦ ਸਿਰਫ ਬਿੰਦੀ ਚੰਦ ਤੇ ਬਾਲ ਚੰਦ ਜਿਹੜਾ ਦੀਆਂ ਉਹਦੀਆਂ ਔਲਾਦਾਂ ਵਰਤਦੀਆਂ, ਜਦ ਕਿ ਕੱਲੋ ਤੇ ਮੱਲੋ ਦੀਆਂ ਜਿਹੜੀਆਂ ਪੀੜ੍ਹੀਆਂ ਉਹ ਪਹਿਲਾਂ ਤੇ ਹੁਣ ਵੀ ਘਣਗਸ ਸ਼ਬਦ ਦੀ ਵਰਤੋਂ ਗੋਦ ਵਜੋਂ ਕਰਦੀਆਂ। ਤੇ ਇਹਨਾਂ ਨੇ ਸ਼ੁਰੂ ਤੋਂ ਹੀ ਆਪਣਾ ਵੱਖਰਾ ਗੁਰਦੁਆਰਾ ਜਟਿਆਣਾ ਤੇ ਨਿਰੰਜਨ ਜੀ ਦੇ ਤਪ ਸਥਾਨ ਦੇ ਲਾਗੇ ਸਥਾਪਿਤ ਕੀਤਾ ਹੋਇਆ, ਜਿਸ ਵਿੱਚ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਤੋਂ ਇਲਾਵਾ ਇਹਨਾਂ ਜਿਹੜੇ ਲੱਗੇ ਹੋਏ ਹੋਰ ਜਿਹੜੇ ਕਰਮਗਤ ਹੈ ਜਾਂ ਜਿਹੜੇ ਕਰਮਕਾਂਡ ਹੈ ਜੋ ਗੁਰਮਤਿ ਵਿਰੋਧੀ ਹੈ ਜੋ ਕੰਮ ਉਹ ਨਹੀਂ ਕੀਤੇ ਜਾਂਦੇ। ਤੇ ਜਿਸ ਕਰਕੇ ਇਹਨਾਂ ਦੇ ਪਰਿਵਾਰਾਂ ਨੂੰ ਪਰਸਪਰ ਵਿਰੋਧ ਪੀੜ੍ਹੀ ਦਰ ਪੀੜ੍ਹੀ ਇਹ ਚੱਲਿਆ ਆ ਰਿਹਾ। ਤੇ ਇਹ ਜਿਹੜੇ ਗੁਰੂ ਸ਼ਰਨਦਾਸ ਤੇ ਜਾਂ ਅੱਗੇ ਚੇਲੇ ਆ ਉਹ ਨਹੀਂ ਇਹਨਾਂ ਨੂੰ ਬਰਦਾਸ਼ਤ ਕਰਦੇ। ਤੇ ਭਾਈ ਹਿੰਦਾਲ ਜੀ ਨੂੰ ਪ੍ਰਾਪਤ ਹੋਈ ਜਿਹੜੀ ਮੰਜੀ ਸੀ ਤੇ ਗੁਰਮਤਿ ਦੇ ਪ੍ਰਚਾਰਕ ਸਦਕੇ ਜੰਡਿਆਲੇ ਦੇ ਆਸ-ਪਾਸ ਤੇ ਜਿਨ੍ਹਾਂ ਪਿੰਡਾਂ ਦੇ ਲੋਕਾਂ ਵਿੱਚ ਭਾਈ ਹਿੰਦਾਲ ਪ੍ਰਤੀ ਜੋ ਸਤਿਕਾਰ ਪੈਦਾ ਹੋਇਆ ਸੀ,
ਉਹ ਬਿੰਦੀ ਚੰਦ ਤੇ ਬਾਲ ਚੰਦ ਉਰਫ ਭਾਈ ਬਾਲਾ ਤੇ ਉਸ ਦੀਆਂ ਆਈਆਂ ਪੀੜ੍ਹੀਆਂ ਦੇ ਕੀਤੇ ਕੰਮਾਂ ਕਰਕੇ ਇਹ ਜਿਹੜਾ ਸਤਿਕਾਰ ਜਾਂਦਾ ਰਿਹਾ। ਅਜੇ ਵੀ ਜਿਹੜੇ ਬਹੁਤ ਸਾਰੇ ਪਿੰਡ ਆ, ਜਿੱਦਾਂ ਦੇਵੀਦਾਸਪੁਰਾ, ਮਿਹਰਬਾਨਪੁਰਾ, ਨਿਰੰਜਨਪੁਰਾ, ਨੰਗਲ ਦਿਆਲਦਾਸ, ਵਿਸ਼ੰਬਰਪੁਰਾ, ਪੰਡੋਰੀ ਰਮਾਣਾ, ਬੋਪਾ ਰਾਏ, ਕਪੂਰਥਲਾ, ਇਹ ਜਿਹੜੇ ਭਾਈ ਹਿੰਦਾਲ ਵਰਗੇ ਸਿੱਖੀ ਨਾਲ ਤਾਂ ਪ੍ਰਪੱਕ ਨੇ, ਪਰ ਇਸ ਪਰਿਵਾਰ ਨੂੰ ਹੱਦੋਂ ਵੱਧ ਨਫ਼ਰਤ ਕਰਦੇ ਆ। ਉਹ ਕੱਟ ਆਫ ਹੋਏ ਹੋਏ। ਠੀਕ ਹੈ, ਕਈ ਵਾਰੀ ਹੋ ਸਕਦਾ ਬਈ ਉਹ ਡਰ ਦੇ ਮਾਰੇ ਜੇ ਆਏ ਆ ਜੀ ਚਲੋ ਸਲਾਮ ਕਰੀ ਜਾਓ। ਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਵਿਅਕਤੀ ਜੋ ਕਿ ਜਾਣੇ ਅਣਜਾਣੇ ਵਿੱਚ ਇਹਨਾਂ ਨਿਰੰਜਨੀਆਂ ਦੀਆਂ ਗੁਰੂ ਪੰਥ ਦੇ ਨਿਰਮਲ ਸਿਧਾਂਤ ਨੂੰ ਆਪਣੇ ਸੌੜੇ ਹਿੱਤਾਂ ਕਾਰਨ ਗੰਧਲਾ ਕਰਨ ਦੀਆਂ ਜਿਹੜੀਆਂ ਕੀਤੇ ਗਏ ਇਤਿਹਾਸਕ ਕੰਮਾਂ ਤੇ ਘਟਨਾਵਾਂ ਦਾ ਸ਼ਿਕਾਰ ਹੋ ਕੇ ਬਾਲਾ ਉਰਫ ਬਾਲਚੰਦ ਭਾਵ ਭਾਈ ਬਾਲਾ ਦੀ ਹੋਂਦ ਨੂੰ ਸਵੀਕਾਰ ਕਰੀ ਬੈਠੇ ਆ। ਮੈਂ ਅੱਗੇ ਦੱਸਿਆ ਬਈ ਇਹ ਕਈ ਦੇ ਕਹਿੰਦੇ ਉਹਨੂੰ ਜੀ ਆਪਣੇ ਜਿਹੜੀ ਬਾਲਾ ਜਾਂ ਨਿਰੰਜਨੀਆਂ ਜਨਮ ਸਾਖੀ ਕਰਕੇ ਹੀ ਤਾਂ ਉਹਨਾਂ ਦੀ ਤੋੜੀ ਫੁਲਕਾ ਚੱਲ ਰਿਹਾ, ਤੇ ਇਸ ਕਰਕੇ ਜਾਣ ਬੁੱਝ ਕੇ ਵੀ ਉਹ ਸਰਕਾਰੀ ਤੰਤਰ ਦੀ ਮਦਦ ਨਾਲ, ਦੇਖੋ ਲਿੰਕ ਤਾਂ ਉਹਨਾਂ ਦੇ ਹੈਗੇ ਆ, ਤੇ ਇਸ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਹੜੀ ਮੈਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤਕਰੀਬਨ 20 ਕਿਤਾਬਾਂ ਚੋਂ ਮੈਂ ਇਹਨੂੰ ਕੰਪਾਈਲ ਕੀਤਾ। ਤੇ ਕਣਗਸ ਜਿਹੜਾ ਗੋਤਰ ਦਾ ਕੁਰਸੀਨਾਮਾ, ਭਾਈ ਹਿੰਦਾਲ ਦਾ ਕੁਰਸੀਨਾਮਾ, ਤੇ ਪੰਡਿਤ ਗਣੇਸ਼ਾ ਸਿੰਘ ਨਿਰਮਲਾ ਜਿਹੜਾ ਇਹਨਾਂ ਨੇ ਬੁੱਕ ਲਿਖੀ ਆ ਭਾਰਤ ਦੇ ਮੱਤ, ਤੇ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਲਿਖਿਆ, ਤੇ ਸੁਖਾਨੰਦ ਬ੍ਰਾਹਮਣ ਨੇ ਜਿਹੜੀ ਬਾਲਾ ਜਨਮ ਸਾਖੀ ਲਿਖੀ ਆ, ਤੇ ਜਾਂ ਜਿਹੜਾ ਪਰਚੀ ਹਿੰਦਾਲ, ਤੇ ਭਾਈ ਵੀਰ ਸਿੰਘ ਜੀ ਨੇ ਜਿਹੜਾ ਅਸਲ ਗੁਰੂ ਚਮਤਕਾਰ ਆ ਉਹਦੇ ਵਿੱਚ ਜੈਮਕਾਲਫ ਜਿਹੜੇ ਉਹਨੇ ਲਿਖਿਆ ਦਾ ਸਿੱਖ ਰਿਲੀਜਨ, ਤੇ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ, ਉਹਨਾਂ ਨੇ ਆਪਣੀ ਬੁੱਕ ਵਿੱਚ ਵੀ ਸਾਰਾ ਕਾਫੀ ਰੈਫਰੈਂਸ ਦਿੱਤਾ। ਕੱਤਕ ਕੇ ਵਿਸਾਖ, ਤੇ JS ਗਰੇਵਾਲ ਉਹਨਾਂ ਦੀ ਬੁੱਕ ਹੈਗੀ ਜੀ ਸਿੱਖਸ ਆਫ ਪੰਜਾਬ, ਤੇ ਸੁਰਜੀਤ ਹਾਂਸ ਨੇ ਬੁੱਕ ਲਿਖੀ ਹੈ ਸਿੱਖ ਇਤਿਹਾਸ, ਤੇ ਗੁਰੂ ਬਿਸ਼ਨ ਦਾਸ ਨੇ ਲਿਖਿਆ ਕਿੱਸਾ ਪੂਰਨ ਭਗਤ ਦਾ, ਤੇ ਸੰਤ ਮਤ ਜਾਂ ਪ੍ਰਥਾ ਇਹ ਬਲਦੇਵ ਸਿੰਘ ਨੇ ਬੁੱਕ ਲਿਖੀ ਹੈ, ਤੇ ਜਨਮ ਸਾਖੀ ਬਾਰੇ ਡਾਕਟਰ ਕਿਰਪਾਲ ਸਿੰਘ ਜੀ ਤੇ ਪ੍ਰਿਥੀਪਾਲ ਸਿੰਘ ਜੀ ਕਪੂਰ ਨੇ ਵੀ ਲਿਖਿਆ, ਤੇ ਇਹ ਇਸੇ ਤਰ੍ਹਾਂ ਭਾਈ ਬਲਦੀਪ ਸਿੰਘ ਰਾਮੂਵਾਲ, ਤੇ ਉਹ ਜਿਹੜਾ ਖਾਲਸਾ ਨਿਊਜ਼ ਦੇ ਉੱਪਰ ਇਹ ਲੇਖ ਵੀ ਉਹਨਾਂ ਨੇ ਲਿਖੇ ਆ। ਤੇ ਕਹਿਣ ਦਾ ਮਤਲਬ ਹੈ ਇਹ ਸਾਰਾ ਕੁਛ ਡਿਟੇਲਡ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ। ਇਹ ਕਾਰਨ ਕੀ ਹੈ? ਇਹ ਸਿਰਫ ਉਸੇ ਕੜੀ ਦਾ ਹਿੱਸਾ, ਤੇ ਇਸ ਕੜੀ ਦੇ ਹਿੱਸੇ ਦੇ ਜਿਹੜੇ ਹੈਗੇ ਆ, ਤੇ ਇਹ ਭਾਈ ਹੁਣ ਇਹ ਅਸੀਂ ਸੋਚਣਾ ਵੀ ਇਹ ਜਿਹੜੇ ਜੋ ਕੁਛ ਵੀ ਸਾਨੂੰ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਨਿਰਮਲ ਪੰਥ ਦੀ ਗੱਲ ਕੀਤੀ, ਤੇ ਇਹ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝ ਪਾਈ ਆ। ਤੇ ਵੀ ਸਾਨੂੰ ਪਤਾ ਲੱਗੇ, ਪਰ ਕਹਿਣ ਦਾ ਮਤਲਬ ਇਹ ਆ ਵੀ ਇਹ ਜਿੰਨਾ ਚਿਰ ਸਾਡੇ ਮਨਾਂ ਚੋਂ ਇਹ ਗੱਲਾਂ ਨਹੀਂ ਨਿਕਲਦੀਆਂ, ਤੇ ਹੁਣ ਦੇਖੋ ਨਾ ਜਿੱਦਾਂ ਪ੍ਰਭਦੀਪ ਸਿੰਘ ਨੇ ਆਪਣੇ ਪ੍ਰੋਗਰਾਮ 'ਚ ਹੋਰ ਬੁੱਧਵਾਰ ਉਹਨਾਂ ਨੇ ਪੰਥਪ੍ਰੀਤ ਸਿੰਘ ਨੂੰ ਦੱਸਿਆ, ਜਿਹੜੇ ਅਤਿੰਦਰਪਾਲ ਸਿੰਘ ਜੀ ਨੇ ਵੀ, ਅਸੀਂ ਜੇ ਨਿਰਮਲ ਪੰਥ ਕਹਿੰਦੇ ਆ ਇਹ ਚੋਂ ਗੰਦ ਕੱਢਣਾ ਪੈਣਾ। ਦੇਖੋ ਨਾ ਅਸੀਂ ਹਾਂ ਕੁਛ ਕਈ ਚੀਜ਼ਾਂ ਇਹਦੀਆਂ ਮਜਬੂਰੀ ਹੈ, ਸਾਡੇ ਕੋਲ ਕੰਟਰੋਲ ਨਹੀਂ, ਪਰ ਇਹ ਉਹਨਾਂ ਚਿਰ ਨਹੀਂ, ਇਹ ਵੀ ਮੇਰਾ ਵਿਸ਼ਵਾਸ ਆ ਇਹ ਉਹਨਾਂ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਇਹ ਐਸਟੈਬਲਿਸ਼ਮੈਂਟ ਨੂੰ ਨਹੀਂ ਚੇਂਜ ਕਰਦੇ। ਇਹਨਾਂ ਦਾ ਕੰਮ
ਪਹਿਲਾਂ ਆਪਣੇ ਜਿਹੜੇ ਲੋਕਲ ਧਾਰਮਿਕ ਸਥਾਨ ਆ, ਗੁਰਦੁਆਰੇ ਆ, ਸੰਸਥਾਵਾਂ ਹੈਗੀਆਂ, ਉੱਥੋਂ ਚੱਲਣਾ। ਉਹ ਤੋਂ ਬਾਅਦ ਹੌਲੀ 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 ਅੱਗੇ ਚੱਲਣਾ। ਪਰ ਜੇ ਅਸੀਂ ਹੁਣ ਉਹੀ ਲਕੀਰ ਦੇ ਫਕੀਰ ਬਣ ਕੇ, ਦੇਖੋ ਨਾ, ਇਹ ਗੋਰਿਆਂ ਨੂੰ ਤਾਂ ਸਮਝ ਹੈ ਕੀ ਹੈ। ਇੱਥੇ ਤਕਰੀਬਨ 2-3 ਪਾਰਟੀਆਂ ਹੈਗੀਆਂ ਜਿਹੜੇ ਕੰਮ ਦੇ, ਉਹ ਜਦੋਂ ਪਾਵਰ 'ਚ ਆਉਂਦੀਆਂ ਪਹਿਲਾਂ ਉਹ ਆਪਣੇ ਜਿਹੜੇ ਥਿੰਕ ਟੈਂਕ ਦੇ ਉਹਨਾਂ ਦੇ ਬੰਦੇ, ਸਿਵਲ ਸਰਵੈਂਟ ਹੈਗੇ, ਉਹਨਾਂ ਨੂੰ ਚੇਂਜ ਕਰਦੇ ਆ। ਤੇ ਸਾਡੇ ਤਾਂ ਸੈਕਟਰੀ ਵੀ ਉਹੀ ਚੱਲਦੇ ਆ, PA ਵੀ ਉਹੀ ਚੱਲਦੇ ਆ। ਤਾਂ ਜੜ੍ਹਾਂ 'ਚ ਤੇਲ ਤਾਂ ਉਹਨਾਂ ਨੇ ਦੇ ਹੀ ਜਾਣਾ। ਅਗਰ ਤੇਲ ਦੀ ਕੂਪੀ ਦਾ ਕੋਡ ਰੱਖਦੇ ਆ। ਵਾਹਿਗੁਰੂ ਮਿਹਰ ਕਰੇ। ਤੇ ਮੈਂ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਇਹਦਾ ਆਧਾਰ ਕੋਈ ਨਹੀਂ, ਤੇ ਮੈਂ ਡਿਟੇਲ 'ਚ ਨਹੀਂ ਪਾਈ ਬਾਲੇ ਦੀ ਜਿਹੜੀ ਜਨਮ ਸਾਖੀ ਉਹ ਕੀਤੀ, ਕਿਉਂਕਿ ਕਈ ਗੰਦੀਆਂ ਗੱਲਾਂ ਇੱਦਾਂ ਦੀਆਂ ਲਿਖੀਆਂ ਵਿੱਚ ਵੀ ਮੇਰੀ ਤਾਂ ਜ਼ੁਬਾਨ ਸੜ ਜਾਏ, ਤੇ ਇਸ ਕਰਕੇ ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਤੇ ਮੇਰਾ ਖਿਆਲ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਭਾਈ ਬਾਲਾ ਸੀਗਾ ਕੌਣ। ਦੇਖੋ ਨਾ, ਉਹਨੂੰ ਪੁੱਛਣ ਨਾਲ ਹੋਵੇ ਮੈਨੂੰ ਨਾਨਕ ਸਾਹਿਬ, ਆਪਣੇ ਭਾਈ ਹਿੰਦਾਲ ਜੀ ਨੇ ਨਹੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਤਾਂ ਭਾਈ ਬਾਲੇ ਨੇ ਕਿੱਥੋਂ ਕਰ ਲਏ। ਪਰ ਕਹਿਣ ਦਾ ਮਤਲਬ ਹੈ, ਜੇ ਜਿੱਦਾਂ ਗੁਰਬਾਣੀ ਕਹਿੰਦੀ ਹੈ, ਪਾਤਣ ਹੋਏ ਸੁਚੇਤ, ਬੇੜੀ ਨਹੀਂ ਡੁੱਬਦੀ, ਡੁੱਬਦੀ ਤਾਂ ਹੀ ਆ। ਜਾਂ ਦੇਖੋ ਨਾ, ਸਾਡੇ ਧਾਰਮਿਕ ਸਥਾਨਾਂ ਤੇ ਇਹ ਗੱਲਾਂ ਨੂੰ ਪ੍ਰਮੋਟ ਕੀਤਾ ਜਾਂਦਾ, ਤੇ ਫਿਰ ਤੁਸੀਂ ਉੱਥੇ ਕੀ ਕਰੋਗੇ। ਵਾਹਿਗੁਰੂ ਮਿਹਰ ਕਰੇ ਤੇ ਸਾਨੂੰ ਸਮੱਤ ਬਖਸ਼ਣ। ਮੇਰੇ ਪਾਤਸ਼ਾਹ ਰਹਿਮਤ ਭਰੇ ਸਿਰ ਤੇ ਹੱਥ ਰੱਖਣ। ਤੇ ਇਹ ਸੇਵਾ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਵਿੱਚ ਜਾਗਰਤੀ ਆ ਸਕੇ। ਤੇ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਬਿਲਕੁਲ ਸੱਚੀਆਂ ਨਹੀਂ, ਤੇ ਗੁਰੂ ਮਹਾਰਾਜ ਨੂੰ ਚੋਰ ਦੀ ਲੋੜ ਨਹੀਂ ਸੀ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ।